ਹੈਲੋ ਫਰੈਂਡਸ, मैं जगदेव ढिल्लों वाईफाई एडुकेटर यूट्यूब चैनल ਤੇ ਤੁਹਾਡਾ ਸਵਾਗਤ ਕਰਦਾ ਹਾਂ। ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਸਟੂਡੈਂਟਸ, ਆਪਾਂ ਟੌਪਿਕ ਸਟਾਰਟ ਕੀਤਾ ਹੋਇਆ ਸੀ ਸੈਂਪਲਿੰਗ ਦੇ ਵਿੱਚ ਆਪਾਂ ਪਹਿਲਾਂ ਗੱਲ ਕਾਦੀ ਕੀਤੀ? ਯੂਨੀਵਰਸ ਦੀ, ਫਿਰ ਆਪਾਂ ਕਾਦੀ ਗੱਲ ਕੀਤੀ? ਪੋਪੂਲੇਸ਼ਨ ਦੀ, ਫਿਰ ਆਪਾਂ ਕਾਦੀ ਗੱਲ ਕੀਤੀ? ਸੈਂਪਲ ਦੀ। ਯੂਨੀਵਰਸ ਕੀ ਚੀਜ਼ ਆ ਜਿੰਨਾ ਕੁਝ ਵੀ ਸਾਡੇ ਆਸੇ ਪਾਸੇ ਆਲੇ ਦੁਆਲੇ ਕੀ ਕਰਦਾ, ਐਗਜ਼ਿਸਟ ਕਰਦਾ, ਉਹ ਸਾਰਾ ਕੁਝ ਕਿਹਦਾ ਪਾਰਟ ਆ? ਯੂਨੀਵਰਸ ਦਾ ਪਾਰਟ ਆ। ਆਪਾਂ ਵੀ ਕਿਹਦਾ ਪਾਰਟ ਆ? ਯੂਨੀਵਰਸ ਦਾ ਪਾਰਟ ਆ। ਜਿੰਨੇ ਵੀ ਪਲਾਂਟਸ ਨੇ, ਜਿੰਨੇ ਵੀ ਐਨੀਮਲਸ ਨੇ, ਉਹ ਵੀ ਸਾਰਾ ਕੁਝ ਕਿਹਦਾ ਪਾਰਟ ਆ? ਯੂਨੀਵਰਸ ਦਾ। ਤੇ ਯੂਨੀਵਰਸ ਕੀ ਹੁੰਦਾਗਾ? ਹੈਟਰੋਜੀਨੀਅਸ। ਇਸ ਯੂਨੀਵਰਸ ਦੇ ਵਿੱਚੋਂ ਜਿਸ ਚੀਜ਼ ਉੱਪਰ ਅਸੀਂ ਕੀ ਕਰਦੇ ਆ? ਸਟੱਡੀ ਕਰਦੇ ਆ, ਯਾਨੀ ਕਿ ਰਿਸਰਚ ਕਰਦੇ ਆ, ਉਸ ਨੂੰ ਅਸੀਂ ਕੀ ਕਹਿੰਦੇ ਆ? ਪੋਪੂਲੇਸ਼ਨ। ਜਿਵੇਂ ਅਸੀਂ ਆਪਣਾ ਟੌਪਿਕ ਲਿਆ ਸੀ 10th ਕਲਾਸ ਦੇ ਸਟੂਡੈਂਟ। ਕਿਹੜੀ ਕਲਾਸ ਦੇ ਸਟੂਡੈਂਟ? 10th ਕਲਾਸ ਦੇ ਸਟੂਡੈਂਟ। ਕਿੱਥੋਂ ਦੇ? ਪੰਜਾਬ ਦੇ। ਇਹ 10th ਕਲਾਸ ਦੇ ਸਟੂਡੈਂਟ ਕਿੱਥੋਂ ਦੇ? ਪੰਜਾਬ ਦੇ। ਉਹ ਸਾਡੀ ਕੀ ਆ? ਪਾਪੂਲੇਸ਼ਨ ਆ। ਤੇ ਸਾਡੀ ਪਾਪੂਲੇਸ਼ਨ ਕੀ ਹੁੰਦੀ ਆ? ਹੋਮੋਜੀਨੀਅਸ। ਬਟ ਜਦੋਂ ਅਸੀਂ ਕੰਪੈਰੀਜ਼ਨ ਕਰਨਾ ਤਾਂ ਅੰਦਰ ਜਾ ਕੇ ਇਹ ਪਾਪੂਲੇਸ਼ਨ ਕੀ ਹੋ ਜਾਂਦੀ ਆ? ਹੈਟਰੋਜੀਨੀਅਸ ਹੋ ਜਾਂਦੀ ਆ। ਤਾਂ ਯਾਦ ਰੱਖਣਾ, ਜਿਹੜਾ ਯੂਨੀਵਰਸ ਹੁੰਦਾ ਉਹ ਕੀ ਹੁੰਦਾਗਾ? ਹੈਟਰੋਜੀਨੀਅਸ ਹੁੰਦਾ। ਤੇ ਜਿਹੜੀ ਪਾਪੂਲੇਸ਼ਨ ਹੁੰਦੀ ਆ ਉਹ ਕੀ ਹੁੰਦੀ ਆ? ਹੋਮੋਜੀਨੀਅਸ ਹੁੰਦੀ ਆ। ਫਿਰ ਉਸ ਤੋਂ ਬਾਅਦ ਅਸੀਂ ਅੱਗੇ ਕਾਹਦੀ ਗੱਲ ਕੀਤੀ ਸੀ? ਸੈਂਪਲ ਦੀ। ਅਸੀਂ ਆਪਣੀ ਪਾਪੂਲੇਸ਼ਨ ਦੇ ਵਿੱਚੋਂ ਇੱਕ ਸਮਾਲ ਪ੍ਰਪੋਰਸ਼ਨ ਲੈਣੇ ਆ ਜਿਹੜਾ ਸਾਡੀ ਪਾਪੂਲੇਸ਼ਨ ਨੂੰ ਕੀ ਕਰਦਾਗਾ? ਰੀਪ੍ਰੈਜ਼ੈਂਟ ਕਰਦਾ। ਜਿਹੜਾ ਸਾਡੀ ਪਾਪੂਲੇਸ਼ਨ ਨੂੰ ਕੀ ਕਰਦਾਗਾ? ਰੀਪ੍ਰੈਜ਼ੈਂਟ ਕਰਦਾ। ਉਹ ਜੋ ਪ੍ਰਪੋਰਸ਼ਨ ਸਮਾਲ ਲੈਣੇ ਆ ਉਸ ਨੂੰ ਅਸੀਂ ਕੀ ਕਹਿੰਦੇ ਆ? ਸੈਂਪਲ ਕਹਿੰਦੇ ਆ। ਰੀਪ੍ਰੈਜ਼ੈਂਟ ਮੀਨਸ ਜੋ ਕੈਰੈਕਟਰਿਸਟਿਕਸ ਸਾਡੀ ਪਾਪੂਲੇਸ਼ਨ ਦੇ ਵਿੱਚ ਨੇ, ਜੋ ਕੈਰੈਕਟਰਿਸਟਿਕਸ ਸਾਡੀ ਪਾਪੂਲੇਸ਼ਨ ਦੇ ਵਿੱਚ ਨੇ, ਜੋ ਟ੍ਰੇਡ ਸਾਡੀ ਪਾਪੂਲੇਸ਼ਨ ਦੇ ਵਿੱਚ ਨੇ, ਉਹੀ ਟ੍ਰੇਡ, ਉਹੀ ਕੈਰੈਕਟਰਿਸਟਿਕਸ ਸਾਡੇ ਕਿਹਦੇ ਵਿੱਚ ਹੋਣੀਆਂ ਚਾਹੀਦੀਆਂ ਨੇ? ਸੈਂਪਲ ਦੇ ਵਿੱਚ ਹੋਣੀ ਚਾਹੀਦੀ। ਯਾਨੀ ਕਹਿਣ ਦਾ ਮਤਲਬ ਇਹ ਹੈ, ਜੋ ਗੁਣ, ਜੋ ਵਿਸ਼ੇਸ਼ਤਾਵਾਂ ਸਾਡੀ ਪਾਪੂਲੇਸ਼ਨ ਦੇ ਵਿੱਚ ਨੇ, ਉਹੀ ਗੁਣ, ਉਹੀ ਵਿਸ਼ੇਸ਼ਤਾਵਾਂ ਸਾਡੇ ਕਿਹਦੇ ਵਿੱਚ ਹੋਣੀ ਚਾਹੀਦੇ ਨੇ? ਸੈਂਪਲ ਦੇ ਵਿੱਚ ਹੋਣੀ ਚਾਹੀਦੇ ਨੇ। ਫਿਰ ਉਹ ਕਿਹੜਾ ਸੈਂਪਲ ਹੋਵੇਗਾ? ਰੀਪ੍ਰੈਜ਼ੈਂਟ ਸੈਂਪਲ ਹੋਵੇਗਾ। ਤੇ ਉਸ ਤੋਂ ਬਾਅਦ ਅਸੀਂ ਕਾਹਦੀ ਗੱਲ ਕੀਤੀ? ਸੈਂਪਲਿੰਗ ਦੀ। ਸੈਂਪਲਿੰਗ ਕੀ ਚੀਜ਼ ਆ? ਜਦੋਂ ਅਸੀਂ ਪਾਪੂਲੇਸ਼ਨ ਦੇ ਵਿੱਚੋਂ ਕੀ ਲੈਨੇ ਆ? ਸੈਂਪਲ। ਅਸੀਂ ਪਾਪੂਲੇਸ਼ਨ ਦੇ ਵਿੱਚੋਂ ਕੀ ਲੈਨੇ ਆ? ਸੈਂਪਲ। ਉਹ ਸੈਂਪਲ ਲੈਣ ਦੀ ਖਾਤਰ ਜਿਹੜਾ ਪ੍ਰੋਸੈਸ, ਜਿਹੜਾ ਵੇ, ਜਿਹੜਾ ਮੈਥਡ, ਜਿਹੜੀ ਟੈਕਨੀਕ ਅਸੀਂ ਯੂਜ਼ ਕਰਦੇ ਆ, ਉਸ ਟੈਕਨੀਕ ਨੂੰ ਕੀ ਕਿਹਾ ਜਾਂਦਾ? ਸੈਂਪਲਿੰਗ ਕਿਹਾ ਜਾਂਦਾ। ਮੈਂ ਫੇਰ ਦੱਸ ਰਿਹਾ, ਪਹਿਲੀ ਅਸੀਂ ਗੱਲ ਕਾਹਦੀ ਕੀਤੀ ਸੀ? ਯੂਨੀਵਰਸ ਦੀ। ਯੂਨੀਵਰਸ ਕੀ ਹੁੰਦਾ? ਹੈਟਰੋਜੀਨੀਅਸ। ਜਿਸ ਚੀਜ਼ ਉੱਪਰ ਅਸੀਂ ਸਟੱਡੀ ਕਰਦੇ ਆ ਉਸ ਨੂੰ ਕੀ ਕਹਿੰਦੇ ਨੇ? ਪਾਪੂਲੇਸ਼ਨ। ਪਾਪੂਲੇਸ਼ਨ ਕੀ ਹੁੰਦੀ ਆ? ਹੋਮੋਜੀਨੀਅਸ। ਅਸੀਂ ਪਾਪੂਲੇਸ਼ਨ ਦੇ ਵਿੱਚੋਂ ਇੱਕ ਸਮਾਲ ਰੀਪ੍ਰੈਜ਼ੈਂਟੇਟਿਵ ਪ੍ਰਮੋਸ਼ਨ ਲੈਨੇ ਆ। ਉਹ ਪ੍ਰਪੋਰਸ਼ਨ ਜਿਹੜਾ ਹੁੰਦਾ ਸਾਡਾ ਸਮਾਲ, ਉਸ ਨੂੰ ਕੀ ਕਹਿੰਦੇ ਨੇ? ਅਸੀਂ ਸੈਂਪਲ ਕਹਿੰਦੇ ਆ। ਤੇ ਫਿਰ ਅਸੀਂ ਕਾਹਦੀ ਗੱਲ ਕੀਤੀ? ਸੈਂਪਲਿੰਗ ਦੀ। ਸੈਂਪਲਿੰਗ ਕੀ ਚੀਜ਼ ਆ? ਪ੍ਰੋਸੈਸ, ਪ੍ਰੋਸੀਜਰ, ਟੈਕਨੀਕ ਕਾਹਦੀ? ਪਾਪੂਲੇਸ਼ਨ ਦੇ ਵਿੱਚੋਂ ਕੀ ਲੈਣ ਦੀ? ਸੈਂਪਲ ਲੈਣ ਦੀ। ਆ ਤਾਂ ਕਲੀਅਰ ਆ। ਅੱਗੇ ਅਸੀਂ ਕਾਹਦੀ ਗੱਲ ਕੀਤੀ? ਸਟੈਪਸ ਆਫ ਸੈਂਪਲਿੰਗ। ਸਟੈਪਸ ਆਫ ਸੈਂਪਲਿੰਗ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਆਪਣੀ ਪਾਪੂਲੇਸ਼ਨ ਨੂੰ ਕੀ ਕਰਦੇ ਆ? ਡਿਫਾਈਨ ਕਰਦੇ ਆ। ਸਭ ਤੋਂ ਪਹਿਲਾਂ ਅਸੀਂ ਆਪਣੀ ਪਾਪੂਲੇਸ਼ਨ ਨੂੰ ਕੀ ਕਰਦੇ ਆ? ਡਿਫਾਈਨ ਕਰਦੇ ਆ। ਡਿਫਾਈਨ ਕਰਨ ਤੋਂ ਬਾਅਦ ਅਸੀਂ ਆਪਣੀ ਪਾਪੂਲੇਸ਼ਨ ਦੀ ਫਿਰ ਕੀ ਤਿਆਰ ਕਰਦੇ ਆ? ਲਿਸਟ ਤਿਆਰ ਕਰਦੇ ਆ। ਫਿਰ ਉਸ ਤੋਂ ਬਾਅਦ ਰਿਪਰੈਜ਼ੈਂਟੇਟਿਵ ਸੈਂਪਲ ਦੀ ਗੱਲ ਕਰਦੇ ਆ। ਫਿਰ ਉਸ ਤੋਂ ਬਾਅਦ ਕਾਹਦੀ ਗੱਲ ਕਰਦੇ ਆ? ਸੈਂਪਲ ਸਾਈਜ਼ ਦੀ। ਸੈਂਪਲ ਸਾਈਜ਼ ਕਿੰਨੇ ਤਰ੍ਹਾਂ ਦਾ? ਦੋ ਤਰ੍ਹਾਂ ਦਾ। ਇੱਕ ਸਮਾਲ ਸੈਂਪਲ ਤੇ ਇੱਕ ਲਾਰਜ ਸੈਂਪਲ। ਇੱਕ ਕਿਹੜਾ ਸੈਂਪਲ? ਸਮਾਲ ਸੈਂਪਲ। ਤੇ ਇੱਕ ਕਿਹੜਾ ਸੈਂਪਲ? ਲਾਰਜ ਸੈਂਪਲ। ਸਮਾਲ ਸੈਂਪਲ ਉੱਥੇ ਲੱਗੇਗਾ ਜਿੱਥੇ ਸਾਡੀ ਪਾਪੂਲੇਸ਼ਨ ਕੀ ਹੋਵੇਗੀ? ਹੋਮੋਜੀਨੀਅਸ ਹੋਏਗੀ। ਤੇ ਜਿੱਥੇ ਸਾਡੀ ਪਾਪੂਲੇਸ਼ਨ ਹੈਟਰੋਜੀਨੀਅਸ ਹੋਏਗੀ ਉੱਥੇ ਕਿਹੜਾ ਸੈਂਪਲ ਲੱਗੇਗਾ? ਲਾਰਜ ਸੈਂਪਲ ਲੱਗੇਗਾ। ਇਹ ਗੱਲ ਯਾਦ ਰੱਖਣਾ, ਜਿੱਥੇ ਸਾਡੀ ਪਾਪੂਲੇਸ਼ਨ ਕੀ ਹੋਵੇਗੀ? ਹੋਮੋਜੀਨੀਅਸ ਹੋਵੇਗੀ, ਉੱਥੇ ਕਿਹੜਾ ਸੈਂਪਲ ਸਾਈਜ਼ ਲੱਗੇਗਾ? ਸਮਾਲ। ਤੇ ਜਿੱਥੇ ਸਾਡੀ ਪਾਪੂਲੇਸ਼ਨ ਕੀ ਹੋਏਗੀ? ਹੈਟਰੋਜੀਨੀਅਸ ਹੋਵੇਗੀ, ਉੱਥੇ ਕਿਹੜਾ ਸੈਂਪਲ ਸਾਈਜ਼ ਲੱਗੇਗਾ? ਲਾਰਜ। ਲੈਸ ਦੈਨ 30 ਕੀ ਹੁੰਦਾ? ਸਮਾਲ ਸੈਂਪਲ। ਤੇ ਗ੍ਰੇਟਰ ਦੈਨ 30 ਕੀ ਹੁੰਦਾ? ਲਾਰਜ ਸੈਂਪਲ। ਉਸ ਤੋਂ ਬਾਅਦ ਅਸੀਂ ਕੀ ਗੱਲ ਕੀਤੀ? ਟਾਈਪਸ ਆਫ ਸੈਂਪਲਿੰਗ ਦੀ। ਸੈਂਪਲਿੰਗ ਦੀਆਂ ਕਿੰਨੀਆਂ ਟਾਈਪਸ ਨੇ? ਦੋ। ਸੈਂਪਲਿੰਗ ਦੀਆਂ ਕਿੰਨੀਆਂ ਟਾਈਪਸ ਨੇ? 2। ਇੱਕ ਪ੍ਰੋਬੇਬਿਲਿਟੀ ਸੈਂਪਲਿੰਗ ਤੇ ਅਦਰ ਕੀ ਆ? ਨਾਨ ਪ੍ਰੋਬੇਬਿਲਿਟੀ ਸੈਂਪਲਿੰਗ। ਪ੍ਰੋਬੇਬਿਲਿਟੀ ਸੈਂਪਲਿੰਗ ਉੱਥੇ ਲੱਗੇਗੀ ਜਿੱਥੇ ਸਾਡੀ ਪਾਪੂਲੇਸ਼ਨ ਕੀ ਹੋਵੇਗੀ? ਫਾਈਨਾਈਟ ਹੋਵੇਗੀ। ਜਿੱਥੇ ਪਾਪੂਲੇਸ਼ਨ ਕੀ ਹੋਵੇਗੀ? ਫਾਈਨਾਈਟ ਹੋਵੇਗੀ। ਫਾਈਨਾਈਟ ਮੀਨਸ ਸਾਨੂੰ ਟੋਟਲ ਨੰਬਰ ਆਫ ਪਾਪੂਲੇਸ਼ਨ ਕੀ ਹੋਵੇਗਾ? ਪਤਾ ਹੋਵੇਗਾ। ਜਿੱਥੇ ਸਾਨੂੰ ਟੋਟਲ ਨੰਬਰ ਆਫ ਪਾਪੂਲੇਸ਼ਨ ਪਤਾ ਹੋਵੇਗਾ ਉੱਥੇ ਕਿਹੜੀ ਟੈਕਨੀਕ ਯੂਜ਼ ਕਰਾਂਗੇ? ਅਸੀਂ ਪ੍ਰੋਬੇਬਿਲਿਟੀ ਸੈਂਪਲਿੰਗ। ਤੇ ਸੈਕੰਡ, ਪ੍ਰੋਬੇਬਿਲਿਟੀ ਸੈਂਪਲਿੰਗ ਦੇ ਵਿੱਚ ਹਰੇਕ ਆਈਟਮ ਨੂੰ
ਆਈਟਮ ਨੂੰ ਸਿਲੈਕਟ ਹੋਣ ਦਾ ਕਿਹੜਾ ਚਾਂਸ ਹੋਵੇਗਾ, ਇਕੁਅਲ ਚਾਂਸ ਹੋਵੇਗਾ। ਤੇ ਥਰਡ ਡਾਟੇ ਦੀ ਜਿਹੜੀ ਸਿਲੈਕਸ਼ਨ ਆ ਉਹ ਕੀ ਹੋਵੇਗੀ, ਰੈਂਡਮਲੀ ਹੋਵੇਗੀ। ਮੈਂ ਫੇਰ ਦੱਸ ਰਿਹਾ, ਪ੍ਰੋਬੇਬਿਲਿਟੀ ਸੈਂਪਲਿੰਗ ਉੱਥੇ ਲੱਗੇਗੀ ਜਿੱਥੇ ਪਾਪੂਲੇਸ਼ਨ ਕੀ ਹੋਵੇਗੀ, ਫਾਈਨਾਈਟ। ਸੈਕੰਡ ਡਾਟੇ ਦੀ ਸਿਲੈਕਸ਼ਨ ਕੀ ਹੋਵੇਗੀ, ਰੈਂਡਮਲੀ। ਥਰਡ ਸਾਡੇ ਕੋਲੇ ਡਾਟੇ ਦੀ ਜਿਹੜੀ ਸਿਲੈਕਸ਼ਨ ਆ ਉਹਦੇ ਵਿੱਚ ਜਿਹੜੀ ਹਰੇਕ ਆਈਟਮ ਆ ਉਹਨੂੰ ਚੁਣੇ ਜਾਣ ਦਾ, ਉਹਨੂੰ ਸਿਲੈਕਟ ਹੋਣ ਦਾ ਕਿਹੜਾ ਚਾਂਸ ਹੋਵੇਗਾ, ਇਕੁਅਲ ਚਾਂਸ ਹੋਵੇਗਾ। ਜਦੋਂ ਅਸੀਂ ਪ੍ਰੋਬੇਬਿਲਿਟੀ ਸੈਂਪਲਿੰਗ ਦੀ ਗੱਲ ਕੀਤੀ, ਅਸੀਂ ਆਪਣੀ ਪਾਪੂਲੇਸ਼ਨ ਨੂੰ ਕਿੰਨੇ ਪਾਰਟਸ ਵਿੱਚ ਡਿਵਾਈਡ ਕੀਤਾ, 2। ਇੱਕ ਨਾਟ ਵਾਈਡਰ ਏਰੀਆ ਪਾਪੂਲੇਸ਼ਨ ਤੇ ਇੱਕ ਵਾਈਡਰ ਏਰੀਆ ਪਾਪੂਲੇਸ਼ਨ। ਨਾਟ ਵਾਈਡਰ ਏਰੀਆ ਪਾਪੂਲੇਸ਼ਨ ਮੀਨਸ ਸਮਾਲ ਪਾਪੂਲੇਸ਼ਨ। ਤੇ ਜਦੋਂ ਸਾਡੀ ਪਾਪੂਲੇਸ਼ਨ ਸਮਾਲ ਹੋਵੇਗੀ ਤੇ ਨਾਲ ਕੀ ਹੋਵੇਗੀ, ਹੋਮੋਜੀਨੀਅਸ ਹੋਵੇਗੀ, ਉੱਥੇ ਕਿਹੜੀ ਟੈਕਨੀਕ ਲੱਗੇਗੀ, ਸਿੰਪਲ ਰੈਂਡਮ ਸੈਂਪਲਿੰਗ। ਤੇ ਸੈਕੰਡ ਅਸੀਂ ਗੱਲ ਕੀਤੀ ਸੀ, ਜਦੋਂ ਸਾਡੀ ਪਾਪੂਲੇਸ਼ਨ ਸਮਾਲ ਹੋਵੇਗੀ ਤੇ ਨਾਲ ਸਾਡੀ ਪਾਪੂਲੇਸ਼ਨ ਕੀ ਹੋਵੇਗੀ, ਹੈਟਰੋਜੀਨੀਅਸ ਹੋਵੇਗੀ, ਉੱਥੇ ਕਿਹੜੀ ਟੈਕਨੀਕ ਲੱਗੇਗੀ, ਸਟ੍ਰੈਟੀਫਾਈਡ ਰੈਂਡਮ ਸੈਂਪਲਿੰਗ। ਫਿਰ ਨੈਕਸਟ ਅਸੀਂ ਗੱਲ ਕੀਤੀ ਸੀ, ਜਦੋਂ ਸਾਡੇ ਕੋਲੇ ਪਾਪੂਲੇਸ਼ਨ ਕੀ ਹੋਵੇਗੀ, ਲਾਰਜ, ਯਾਨੀ ਕਿ ਵਾਈਡਰ ਏਰੀਆ ਪਾਪੂਲੇਸ਼ਨ। ਜਦੋਂ ਵਾਈਡਰ ਏਰੀਆ ਪਾਪੂਲੇਸ਼ਨ ਹੋਵੇਗੀ ਉੱਥੇ 3 ਟੈਕਨੀਕ ਲੱਗਣੀਆਂ। ਇੱਕ ਕਿਹੜੀ ਲੱਗੇਗੀ, ਸਿਸਟੇਮੈਟਿਕ ਸੈਂਪਲਿੰਗ। ਸੈਕੰਡ ਕਿਹੜੀ ਲੱਗੇਗੀ, ਕਲਸਟਰ ਸੈਂਪਲਿੰਗ। ਤੇ ਥਰਡ ਕਿਹੜੀ ਲੱਗੇਗੀ, ਮਲਟੀ ਸਟੇਜ ਸੈਂਪਲਿੰਗ। ਅੱਜ ਜੋ ਅਸੀਂ ਗੱਲ ਕਰਾਂਗੇ ਉਹ ਕਰਾਂਗੇ ਨॉन ਪ੍ਰੋਬੇਬਿਲਿਟੀ ਸੈਂਪਲਿੰਗ। ਅੱਜ ਗੱਲ ਕਰਾਂਗੇ ਨॉन ਪ੍ਰੋਬੇਬਿਲਿਟੀ ਸੈਂਪਲਿੰਗ। नॉन प्रोबेबिलिटी सैंपलिंग, सेकंड नेम है इसका नॉन रैंडम सैंपलिंग। सैकंड टाइप जो आज ਅਸੀਂ डिस्कस करांगे वो केड़ी है, नॉन प्रोबेबिलिटी सैंपलिंग। नॉन प्रोबेबिलिटी सैंपलिंग का अदर नेम की है, नॉन रैंडम सैंपलिंग। ਹੁਣ ਨॉन ਪ੍ਰੋਬੇਬਿਲਿਟੀ ਸੈਂਪਲਿੰਗ ਉੱਥੇ ਲੱਗੇਗੀ ਜਿੱਥੇ ਪਾਪੂਲੇਸ਼ਨ ਕੀ ਹੋਵੇਗੀ, ਇਨਫਾਈਨਾਈਟ, ਯਾਨੀ ਕਿ ਸਾਨੂੰ ਟੋਟਲ ਨੰਬਰ ਆਫ ਪਾਪੂਲੇਸ਼ਨ ਕੀ ਆ ਪਤਾ ਨਹੀਂ ਹੋਵੇਗਾ। ਤੇ ਸੈਕੰਡ, ਜਦੋਂ ਸਾਨੂੰ ਟੋਟਲ ਨੰਬਰ ਆਫ ਪਾਪੂਲੇਸ਼ਨ ਪਤਾ ਨਹੀਂ ਹੋਵੇਗਾ ਤਾਂ ਡਾਟੇ ਦੀ ਸਿਲੈਕਸ਼ਨ ਆ ਜਿਹੜੀ ਉਹਦੇ ਵਿੱਚ ਇਕੁਅਲ ਚਾਂਸ ਨਹੀਂ ਹੋਵੇਗਾ, ਯਾਨੀ ਕਿ ਹਰੇਕ ਆਈਟਮ ਨੂੰ ਚੁਣੇ ਜਾਣ ਦਾ ਇਕੁਅਲ ਚਾਂਸ ਨਹੀਂ ਹੋਵੇਗਾ। ਕਿਹੜਾ ਚਾਂਸ ਹੋਵੇਗਾ, ਅਨਇਕੁਅਲ ਚਾਂਸ ਹੋਵੇਗਾ। ਪ੍ਰੋਬੇਬਿਲਿਟੀ ਸੈਂਪਲਿੰਗ ਦੇ ਵਿੱਚ ਡਾਟੇ ਦੀ ਸਿਲੈਕਸ਼ਨ ਕੀ ਹੁੰਦੀ ਸੀ, ਰੈਂਡਮਲੀ। ਪ੍ਰੋਬੇਬਿਲਿਟੀ ਸੈਂਪਲਿੰਗ ਦੇ ਵਿੱਚ ਡਾਟੇ ਦੀ ਸਿਲੈਕਸ਼ਨ ਕੀ ਹੁੰਦੀ ਸੀ, ਰੈਂਡਮਲੀ। ਬਟ ਇਹਦੇ ਵਿੱਚ ਡਾਟੇ ਦੀ ਸਿਲੈਕਸ਼ਨ ਕੀ ਹੋਏਗੀ, ਨਾਟ ਰੈਂਡਮ। ਪਹਿਲੀ ਗੱਲ ਤਾਂ ਇਹ ਗੱਲ ਮੈਂ ਫਿਰ ਦੱਸ ਰਿਹਾ, नॉन प्रोबेबिलिटी सैंपलिंग का सैकंड नेम किया नॉन रैंडम सैंपलिंग। नॉन प्रोबेबिलिटी सैंपलिंग किथे लगेगी, जिथे पापूलेशन की होएगी, इनफाइनाइट, यानी कि टोटल पापूलेशन बारे सानू पता नहीं होवेगा। सैकंड, हरेक आइटम नू सिलेक्ट होने का किहड़ा चांस होवेगा, अनइक्वल चांस होवेगा। ते डाटे दी सिलेक्शन जिहड़ी वो रैंडमली नहीं होवेगी। ते उस तो बाद इहदे विच किहड़ी आइटम सिलेक्ट होवेगी जां किहड़ी आइटम सिलेक्ट नहीं होवेगी, वो सारा कुछ किहदे ते डिपेंड करदा, रिसर्चर ते डिपेंड। वो सारा कुछ किहदे ते डिपेंड करदा, रिसर्चर ते डिपेंड करदा भी किहड़े बंदे नूं सिलेक्ट करना ते किहनूं सिलेक्ट नहीं करना। ये गल याद रखना। मैं फिर दस रहा, प्रोबेबिलिटी सैंपलिंग दे विच प्रोबेबिलिटी सैंपलिंग उत्थे लगदी सी जिथे पापूलेशन की सी, फाइनाइट। ते नॉन प्रोबेबिलिटी सैंपलिंग उत्थे लगेगी जिथे पापूलेशन की होएगी, इनफाइनाइट, यानी कि जिहड़ा रिसर्चर आ वो अपनी पापूलेशन बारे उहनूं पता नहीं होवेगा। ते सैकंड, हरेक आइटम नूं चुने जाण दा किहड़ा चांस होवेगा, अनइक्वल चांस होवेगा। ते डाटे दी सिलेक्शन जिहड़ी वो की रैंडमली नहीं होवेगी। हम आगे डिस्कस करेंगे असी टाइप्स ऑफ नॉन प्रोबेबिलिटी सैंपलिंग। टाइप्स ऑफ नॉन प्रोबेबिलिटी सैंपलिंग। ਉਹਦੇ ਵਿੱਚ ਪਹਿਲੀ ਟਾਈਪ ਆ, ਫਸਟ ਹੈ ਕੋਟਾ ਸੈਂਪਲਿੰਗ।
ਹੁਣ ਜਦੋਂ ਅਸੀਂ ਪ੍ਰੋਬੇਬਿਲਿਟੀ ਸੈਂਪਲਿੰਗ ਦੀ ਗੱਲ ਕੀਤੀ, ਜਦੋਂ ਅਸੀਂ ਕਾਹਦੀ ਗੱਲ ਕੀਤੀ, ਪ੍ਰੋਬੇਬਿਲਿਟੀ ਸੈਂਪਲਿੰਗ ਦੀ ਗੱਲ ਕੀਤੀ, ਉਹਦੇ ਵਿੱਚ ਇੱਕ ਟੈਕਨੀਕ ਪੜ੍ਹੀ ਅਸੀਂ ਸਟ੍ਰੈਟੀਫਾਈਡ ਰੈਂਡਮ ਸੈਂਪਲਿੰਗ। ਕਿਹੜੀ ਪੜ੍ਹੀ ਸੀ? ਸਟ੍ਰੈਟੀਫਾਈਡ ਰੈਂਡਮ ਸੈਂਪਲਿੰਗ। ਸਟ੍ਰੈਟੀਫਾਈਡ ਰੈਂਡਮ ਸੈਂਪਲਿੰਗ ਕਿੱਥੇ ਲੱਗਦੀ ਸੀ? ਜਿੱਥੇ ਪਾਪੂਲੇਸ਼ਨ ਕੀ ਸੀ? ਹੈਟਰੋਜੀਨੀਅਸ। ਬਟ ਉੱਥੇ ਸਾਨੂੰ ਆਪਣੀ ਪਾਪੂਲੇਸ਼ਨ ਬਾਰੇ ਕੀ ਹੁੰਦਾ ਸੀ? ਪਤਾ ਹੁੰਦਾ ਸੀ ਵੀ ਟੋਟਲ ਨੰਬਰ ਆਫ ਪਾਪੂਲੇਸ਼ਨ ਕਿੰਨੀ ਹੈ। ਮੈਂ ਫੇਰ ਦੱਸ ਰਿਹਾ, ਸਟ੍ਰੈਟੀਫਾਈਡ ਰੈਂਡਮ ਸੈਂਪਲਿੰਗ ਕਿੱਥੇ ਲੱਗਦੀ ਸੀ? ਜਿੱਥੇ ਪਾਪੂਲੇਸ਼ਨ ਕੀ ਸੀ? ਫਾਈਨਾਈਟ, ਤੇ ਸੈਕੰਡ ਸਾਡੀ ਪਾਪੂਲੇਸ਼ਨ ਕੀ ਸੀ? ਹੈਟਰੋਜੀਨੀਅਸ ਸੀ। ਬਟ ਜਦੋਂ ਨਾਨ ਪ੍ਰੋਬੇਬਿਲਿਟੀ ਸੈਂਪਲਿੰਗ ਦੀ ਗੱਲ ਹੁੰਦੀ ਹੈ ਤਾਂ ਸਾਨੂੰ ਆਪਣੀ ਟੋਟਲ ਪਾਪੂਲੇਸ਼ਨ ਬਾਰੇ ਪਤਾ ਨਹੀਂ ਹੁੰਦਾ। ਤਾਂ ਇਸ ਕਰਕੇ ਜਿਹੜੀ ਕੋਟਾ ਸੈਂਪਲਿੰਗ ਆ ਉਹ ਕਿੱਥੇ ਲੱਗੇਗੀ? ਜਿੱਥੇ ਸਾਡੀ ਪਾਪੂਲੇਸ਼ਨ ਕੀ ਹੋਵੇਗੀ? ਹੈਟਰੋਜੀਨੀਅਸ ਹੋਵੇਗੀ। ਜਿਸ ਤਰ੍ਹਾਂ ਸਾਡੇ ਕੋਲੇ ਪ੍ਰੋਬੇਬਿਲਿਟੀ ਸੈਂਪਲਿੰਗ ਦੇ ਵਿੱਚ ਸਟ੍ਰੈਟੀਫਾਈਡ ਰੈਂਡਮ ਸੈਂਪਲਿੰਗ ਲੱਗਦੀ ਸੀ, ਜਿਸ ਤਰ੍ਹਾਂ ਪ੍ਰੋਬੇਬਿਲਿਟੀ ਸੈਂਪਲਿੰਗ ਦੇ ਵਿੱਚ ਕਿਹੜੀ ਲੱਗਦੀ ਸੀ? ਸਟ੍ਰੈਟੀਫਾਈਡ ਰੈਂਡਮ ਸੈਂਪਲਿੰਗ ਲੱਗਦੀ ਸੀ। ਉਸੇ ਤਰ੍ਹਾਂ ਨਾਨ ਪ੍ਰੋਬੇਬਿਲਿਟੀ ਸੈਂਪਲਿੰਗ ਦੇ ਵਿੱਚ ਵੀ ਕਿਹੜੀ ਲੱਗੇਗੀ? ਸਾਡੇ ਕੋਲ ਕੋਟਾ ਸੈਂਪਲਿੰਗ ਲੱਗੇਗੀ। ਮੈਂ ਫਿਰ ਦੱਸ ਰਿਹਾ, ਪ੍ਰੋਬੇਬਿਲਿਟੀ ਸੈਂਪਲਿੰਗ ਦੇ ਵਿੱਚ ਸਟ੍ਰੈਟੀਫਾਈਡ ਰੈਂਡਮ ਸੈਂਪਲਿੰਗ ਕਿੱਥੇ ਲੱਗਦੀ? ਜਿੱਥੇ ਪਾਪੂਲੇਸ਼ਨ ਕੀ ਆ? ਫਾਈਨਾਈਟ, ਤੇ ਸੈਕੰਡ ਸਾਡੇ ਕੋਲ ਪਾਪੂਲੇਸ਼ਨ ਕੀ ਆ? ਹੈਟਰੋਜੀਨੀਅਸ ਆ। ਸੈਕੰਡ ਸਾਡੇ ਕੋਲ ਪਾਪੂਲੇਸ਼ਨ ਕੀ ਆ? ਹੈਟਰੋਜੀਨੀਅਸ ਆ। ਇਸੇ ਤਰ੍ਹਾਂ ਜਿਹੜੀ ਕੋਟਾ ਸੈਂਪਲਿੰਗ ਆ ਉਹ ਵੀ ਕਿੱਥੇ ਲੱਗਦੀ ਹੈ? ਜਿੱਥੇ ਸਾਡੇ ਕੋਲ ਪਾਪੂਲੇਸ਼ਨ ਕੀ ਆ? ਹੈਟਰੋਜੀਨੀਅਸ ਆ। ਬਟ ਨਾਨ ਪ੍ਰੋਬੇਬਿਲਿਟੀ ਸੈਂਪਲਿੰਗ ਦੇ ਵਿੱਚ ਸਾਨੂੰ ਟੋਟਲ ਨੰਬਰ ਆਫ ਪਾਪੂਲੇਸ਼ਨ ਬਾਰੇ ਕੀ ਆ? ਪਤਾ ਨਹੀਂ ਹੁੰਦਾ। ਤਾਂ ਹੁਣ ਕੋਟਾ ਸੈਂਪਲਿੰਗ ਕਿਵੇਂ ਲੱਗਦੀ ਆ? ਕੋਟਾ ਸੈਂਪਲਿੰਗ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਕੋਟਾ ਉਹ ਕੀ ਕੀਤਾ ਜਾਂਦਾਗਾ? ਫਿਕਸ ਕੀਤਾ ਜਾਂਦਾ। ਸਭ ਤੋਂ ਪਹਿਲਾਂ ਕੋਟਾ ਕੀ ਕੀਤਾ ਜਾਂਦਾਗਾ? ਫਿਕਸ ਕੀਤਾ ਜਾਂਦਾ। ਯਾਨੀ ਕਿ ਜਿਹੜਾ ਸਾਡਾ ਸੈਂਪਲ ਅਸੀਂ ਕਿੰਨੇ ਦਾ ਲੈਣਾ ਉਹ ਕੀ ਕੀਤਾ ਜਾਂਦਾ? ਫਿਕਸ ਕੀਤਾ ਜਾਂਦਾ। ਜਿਵੇਂ ਮੰਨ ਲਓ ਅਸੀਂ 200 ਦਾ ਸੈਂਪਲ ਲੈਣਾ, 200 ਦਾ ਕੀ ਲੈਣਾ? ਸੈਂਪਲ ਲੈਣਾ। ਇਸ 200 ਦਾ ਜਿਹੜਾ ਸੈਂਪਲ ਲੈਣਾ, ਇਹਦੇ ਅਲੱਗ-ਅਲੱਗ ਫਿਰ ਹੈਟਰੋਜੀਨੀਅਸ ਕੀ ਬਣਨਗੇ? ਸਬ ਗਰੁੱਪ ਬਣਨਗੇ। ਇਹਦੇ ਹੈਟਰੋਜੀਨੀਅਸ ਅੱਗੇ ਜਾ ਕੇ ਕੀ ਬਣਨਗੇ? ਸਬ ਗਰੁੱਪ ਬਣਨਗੇ। ਜਿਵੇਂ ਮੈਂ ਐਗਜ਼ਾਮਪਲ ਲੈ ਰਿਹਾ, ਅਸੀਂ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਜਾਂ ਪਟਿਆਲਾ ਸਿਟੀ ਦੀ ਗੱਲ ਕਰੀਏ ਜਾਂ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਅਸੀਂ ਇਹ ਦੇਖਣਾ ਵੀ ਕੋਈ ਟੀਵੀ ਸੀਰੀਅਲ ਚੱਲਦਾ, ਕੋਈ ਕੀ ਚੱਲਦਾ? ਟੀਵੀ ਸੀਰੀਅਲ ਚੱਲਦਾ। ਉਹਦੇ ਉੱਪਰ ਅਸੀਂ ਰਿਸਰਚ ਕਰਨੀ ਆ ਵੀ ਜਿਹੜਾ ਉਹ ਟੀਵੀ ਸੀਰੀਅਲ ਚੱਲ ਰਿਹਾ, ਜਿਹੜਾ ਉਹ ਟੀਵੀ ਸੀਰੀਅਲ ਚੱਲ ਰਿਹਾ, ਉਹਦਾ ਸਾਡੇ ਲੋਕਾਂ ਦੇ ਉੱਪਰ, ਜੋ ਪਟਿਆਲਾ ਡਿਸਟ੍ਰਿਕਟ ਦੇ ਲੋਕ ਆ ਉਹਨਾਂ ਦੇ ਉੱਪਰ ਉਹਦਾ ਕੀ ਇੰਪੈਕਟ ਪੈ ਰਿਹਾ, ਕੀ ਉਹਦਾ ਅਸਰ ਪੈ ਰਿਹਾ, ਉਹ ਦੇਖਣਾ ਅਸੀਂ। ਤਾਂ ਹੁਣ ਦੇਖੋ, ਜਿਹੜਾ ਕੋਈ ਟੀਵੀ ਸੀਰੀਅਲ ਚੱਲ ਰਿਹਾ ਤਾਂ ਉਹਦੀ ਸਾਨੂੰ ਟੋਟਲ ਨੰਬਰ ਆਫ ਪਾਪੂਲੇਸ਼ਨ ਬਾਰੇ ਪਤਾ ਨਹੀਂ ਚੱਲ ਸਕਦਾ ਵੀ ਉਹ ਕਿੰਨੇ ਲੋਕ ਨੇ ਟੋਟਲ ਜਿਹੜੇ ਉਸ ਟੀਵੀ ਸੀਰੀਅਲ ਨੂੰ ਕੀ ਨੇ ਦੇਖਦੇ ਨੇ। ਤਾਂ ਅਸੀਂ ਉੱਥੇ ਫਿਰ ਕਿਹੜੀ ਟੈਕਨੀਕ ਲਗਾਵਾਂਗੇ? ਕੋਟਾ ਸੈਂਪਲਿੰਗ। ਸਭ ਤੋਂ ਪਹਿਲਾਂ ਅਸੀਂ ਆਪਣਾ ਕੋਟਾ ਕੀ ਕਰ ਲਾਂਗੇ? ਫਿਕਸ ਕਰ ਲਾਂਗੇ। ਮੰਨ ਲਓ ਕਿ ਇੰਨੇ ਲੋਕਾਂ ਤੋਂ ਅਸੀਂ ਸੈਂਪਲ ਲੈਣਾ 200 ਤੋਂ। ਹੁਣ ਜੇ ਅਸੀਂ ਪਟਿਆਲਾ ਡਿਸਟ੍ਰਿਕਟ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਕੀ ਰਹਿੰਦੇ ਨੇ? ਲੋਕ ਰਹਿੰਦੇ ਨੇ। ਜਾਂ ਪਟਿਆਲਾ ਸਿਟੀ ਦੀ ਐਗਜ਼ਾਮਪਲ ਲੈ ਲਓ ਜਾਂ ਪਟਿਆਲਾ ਡਿਸਟ੍ਰਿਕਟ ਦੀ ਗੱਲ ਲੈ ਲਓ, ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਕੀ ਰਹਿੰਦੇ ਨੇ? ਲੋਕ ਰਹਿੰਦੇ ਨੇ। ਅਲੱਗ-ਅਲੱਗ ਤਰ੍ਹਾਂ ਦੇ, ਜਿਵੇਂ ਡਾਕਟਰ ਵੀ ਰਹਿੰਦੇ ਨੇ, ਜਿਵੇਂ ਟੀਚਰ ਵੀ ਰਹਿੰਦੇ ਨੇ, ਜਿਵੇਂ ਸਟੂਡੈਂਟ ਵੀ ਰਹਿੰਦੇ ਨੇ, ਤੇ ਜਿਵੇਂ ਫਾਰਮਰ ਵੀ ਰਹਿੰਦੇ ਨੇ। ਇਸ ਤਰ੍ਹਾਂ ਹੁਣ ਡਾਕਟਰ, ਟੀਚਰ, ਸਟੂਡੈਂਟ, ਫਾਰਮਰ ਇਹ ਸਾਰੇ ਆਪਸ ਵਿੱਚ ਕੀ ਨੇ? ਹੈਟਰੋਜੀਨੀਅਸ ਨੇ। ਕਿਉਂਕਿ ਡਾਕਟਰ ਆਪਸ ਵਿੱਚ ਕੀ ਨੇ? ਹੋਮੋਜੀਨੀਅਸ ਨੇ। ਟੀਚਰ ਆਪਸ ਵਿੱਚ ਕੀ ਨੇ? ਹੋਮੋਜੀਨੀਅਸ ਨੇ। ਬਟ ਇਹ ਸਾਰੇ ਆਪਸ ਵਿੱਚ ਕੀ ਨੇ? ਹੈਟਰੋਜੀਨੀਅਸ ਨੇ। ਤਾਂ ਇਸ ਤਰ੍ਹਾਂ ਜਿਹੜੀ ਕੋਟਾ ਸੈਂਪਲਿੰਗ ਆ ਉਹ ਉੱਥੇ ਲੱਗੇਗੀ ਜਿੱਥੇ ਸਾਡੀ ਪਾਪੂਲੇਸ਼ਨ ਕੀ ਹੋਵੇਗੀ? ਹੈਟਰੋਜੀਨੀਅਸ ਹੋਵੇਗੀ। ਤਾਂ ਅਸੀਂ ਫਿਰ ਉਹਦੇ ਵਿੱਚੋਂ ਅੱਗੇ ਸਬ ਗਰੁੱਪ ਵੀ ਸਿਲੈਕਟ ਕਰਾਂਗੇ ਵੀ ਜਿਹੜੇ ਡਾਕਟਰ ਆ ਉਹਨਾਂ ਦੇ ਉੱਪਰ ਕਿੰਨੇ ਤੋਂ ਲਵਾਂਗੇ? ਅਸੀਂ 20 ਤੋਂ ਲਵਾਂਗੇ। ਤੇ ਜਿਵੇਂ ਮੰਨ ਲਓ ਟੀਚਰ ਅਸੀਂ ਸਿਲੈਕਟ ਕਰ ਲਏ, ਉਹਨਾਂ ਦੇ ਕਿੰਨੇ ਤੋਂ ਡਾਟਾ ਲਵਾਂਗੇ? 30 ਤੋਂ ਲਵਾਂਗੇ। ਸਟੂਡੈਂਟ ਸਿਲੈਕਟ ਕਰ ਲਏ, ਅਸੀਂ ਕਿੰਨੇ ਤੋਂ ਡਾਟਾ ਲੈ ਲਿਆ? 50 ਤੋਂ ਲੈ ਲਿਆ। ਜਿਹੜੇ ਫਾਰਮਰ ਆ ਉਹ ਕਿੰਨੇ ਲੈ ਲਏ? 25 ਲੈ ਲਏ। ਇਸ ਤਰ੍ਹਾਂ ਅਸੀਂ ਥੋੜਾ ਸਾਰਿਆਂ ਤੋਂ ਕੀ ਲੈ ਲਾਂਗੇ? ਡਾਟਾ ਲੈ ਲਾਂਗੇ। ਉਹ ਡਾਟਾ ਲੈ ਕੇ ਅਸੀਂ ਰਿਸਰਚ ਕਰ ਲਾਂਗੇ ਵੀ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੇ ਉੱਪਰ ਉਸ ਟੀਵੀ ਸੀਰੀਅਲ ਦਾ ਕਿੰਨਾ ਕੁ ਪ੍ਰਭਾਵ ਹੈ। ਤੇ ਨਾਲੇ ਇਹਨਾਂ ਨੂੰ ਆਪਸ ਵਿੱਚ ਕੰਪੈਰੀਜ਼ਨ ਕਰ ਲਾਂਗੇ ਵੀ ਜਿਹੜੇ ਟੀਚਰ ਨੇ ਉਹਨਾਂ ਦੇ ਉੱਪਰ ਉਹਦਾ ਕਿੰਨਾ ਕੁ ਇੰਪੈਕਟ ਪੈ ਰਿਹਾ, ਤੇ ਜਿਹੜੇ ਡਾਕਟਰ ਨੇ ਉਹਨਾਂ ਦੇ ਉੱਪਰ ਕਿੰਨਾ ਕੁ ਇੰਪੈਕਟ ਪੈ ਰਿਹਾ, ਕਿੰਨਾ ਕੁ ਗੁੱਡ ਇੰਪੈਕਟ ਪੈ ਰਿਹਾ ਤੇ ਕਿੰਨਾ ਕੁ ਬੈਡ ਇੰਪੈਕਟ ਪੈ ਰਿਹਾ। ਇਸ ਤਰ੍ਹਾਂ ਸਾਡੇ ਕੋਲੇ ਕਿਹੜੀ ਟੈਕਨੀਕ ਲੱਗੀ? ਕੋਟਾ ਸੈਂਪਲਿੰਗ ਲੱਗੀ। ਮੈਂ ਫੇਰ ਦੱਸ ਰਿਹਾ, ਕੋਟਾ ਸੈਂਪਲਿੰਗ ਕਿੱਥੇ ਲੱਗੇਗੀ? ਸਭ ਤੋਂ ਪਹਿਲਾਂ ਕੋਟਾ ਕੀ ਕਰਾਂਗੇ? ਅਸੀਂ ਫਿਕਸ ਕਰਾਂਗੇ। ਸਭ ਤੋਂ ਪਹਿਲਾਂ ਕੋਟਾ ਕੀ ਕਰਾਂਗੇ? ਫਿਕਸ ਕਰਾਂਗੇ। ਜਿਵੇਂ ਫਿਕਸ ਕੀਤਾ, ਕਿੰਨੇ ਲੋਕਾਂ ਤੋਂ ਡਾਟਾ ਲੈਣਾ? 200। ਕਿੰਨੇ ਲੋਕਾਂ ਤੋਂ ਡਾਟਾ ਲੈਣਾ? 200 ਤੋਂ। ਅਸੀਂ 200 ਦਾ ਸੈਂਪਲ ਕੀ ਕੀਤਾ? ਸਿਲੈਕਟ ਕੀਤਾ।
ਹੁਣ 200 ਤੋਂ ਡਾਟਾ ਲੈਣਾ। ਪਟਿਆਲਾ ਡਿਸਟ੍ਰਿਕਟ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਕੀ ਰਹਿੰਦੇ ਨੇ ਲੋਕ ਰਹਿੰਦੇ ਨੇ, ਅਲੱਗ-ਅਲੱਗ ਤਰ੍ਹਾਂ ਦੇ ਕੀ ਰਹਿੰਦੇ ਨੇ ਲੋਕ ਰਹਿੰਦੇ ਨੇ। ਜਿਵੇਂ ਅਸੀਂ ਕੁਝ ਐਗਜ਼ਾਮਪਲ ਦੇ ਤੌਰ ਤੇ ਲੈ ਕੀ ਰਹਿੰਦੇ ਨੇ ਡਾਕਟਰ, ਫਿਰ ਕੀ ਰਹਿੰਦੇ ਨੇ ਟੀਚਰ, ਫਿਰ ਕੀ ਨੇ ਸਟੂਡੈਂਟ, ਫਿਰ ਕੀ ਨੇ ਫਾਰਮਰ। ਡਾਕਟਰ ਮੰਨ ਲਓ ਅਸੀਂ ਕਿੰਨੇ ਸਿਲੈਕਟ ਕਰ ਲਏ 20, ਟੀਚਰ ਅਸੀਂ ਕਿੰਨੇ ਸਿਲੈਕਟ ਕਰ ਲਏ 30 ਤੇ ਸਟੂਡੈਂਟ ਕਿੰਨੇ ਸਿਲੈਕਟ ਕਰ ਲਏ 50 ਤੇ ਜਿਹੜੇ ਫਾਰਮਰ ਆ ਉਹ ਕਿੰਨੇ ਸਿਲੈਕਟ ਕਰ ਲਏ 25। ਅਸੀਂ ਸਾਰਿਆਂ ਤੋਂ ਜਾ ਕੇ ਡਾਟਾ ਲੈ ਕੇ ਅਸੀਂ ਕੀ ਕਰ ਦਾਂਗੇ ਰਿਸਰਚ ਕਰ ਦਾਂਗੇ। ਫਿਰ ਅਸੀਂ ਦੇਖਾਂਗੇ ਜਿਹੜੇ ਟੀਚਰ ਨੇ ਤੇ ਜਿਹੜੇ ਡਾਕਟਰ ਨੇ ਉਹਨਾਂ ਦਾ ਇੱਕ ਦੂਜੇ ਦੇ ਨਾਲ ਕੰਪੈਰੀਜ਼ਨ ਕਰਾਂਗੇ ਵੀ ਟੀਚਰ ਉੱਪਰ ਉਸ ਸੀਰੀਅਲ ਦਾ ਕਿੰਨਾ ਕੁ ਪ੍ਰਭਾਵ ਪੈ ਰਿਹਾ, ਕਿੰਨਾ ਕੁ ਪੋਜ਼ਿਟਿਵ ਪੈ ਰਿਹਾ ਤੇ ਕਿੰਨਾ ਕੁ ਨੈਗੇਟਿਵ ਪੈ ਰਿਹਾ। ਇਸੇ ਤਰ੍ਹਾਂ ਅਸੀਂ ਦੇਖਾਂਗੇ ਜਿਹੜੇ ਡਾਕਟਰ ਨੇ ਉਹਨਾਂ ਦੇ ਉੱਪਰ ਉਸ ਸੀਰੀਅਲ ਦਾ ਕਿੰਨਾ ਕੁ ਪ੍ਰਭਾਵ ਪੈ ਰਿਹਾ, ਕਿੰਨਾ ਕੁ ਪੋਜ਼ਿਟਿਵ ਪੈ ਰਿਹਾ ਤੇ ਕਿੰਨਾ ਕੁ ਨੈਗੇਟਿਵ ਪੈ ਰਿਹਾ। ਇਸ ਤਰ੍ਹਾਂ ਸਾਡੇ ਕੋਲ ਕਿਹੜੀ ਟੈਕਨੀਕ ਲੱਗੀ ਅਸੀਂ ਕੋਟਾ ਸੈਂਪਲਿੰਗ। ਅਸੀਂ ਜਿਵੇਂ ਲਾਈਕ ਫੋਰ ਐਗਜ਼ਾਮਪਲ ਜਿਵੇਂ ਸੈਕਸ ਦੇ ਬੇਸ ਤੇ ਦੇਖ ਸਕਦੇ ਹਾਂ ਅਸੀਂ SES यानी कि सोशो इकोनॉमिक बेस से हेट्रोजीनियस पॉपुलेशन कर सकते हैं तो रिलीजन के बेस से इस तरह सारे एक ही बनते हैं हेट्रोजीनियस साढ़े को की बनते हैं कोटा बनते हैं तो उत्थे फिर साढ़े को टेक्निक लगती है कोटा सैंपलिंग लगती है। मैं फिर दस रहा कोटा सैंपलिंग कितने लगेगी बच्चे जिथे पॉपुलेशन की होएगी इनफिनाइट यानी कि टोटल नंबर ऑफ पॉपुलेशन सानू की पता नहीं होगा। तो सैकंड साडे कोले वो उत्थे लगेगी जिथे पॉपुलेशन की होगी हेट्रोजीनियस होगी। तो सब तो पहला असी अपना कोटा की करांगे फिक्स करांगे। सैकंड टाइप है साडे कोले इंसीडेंटल सैंपलिंग। ਜਾਂ ਸੈਕੰਡ ਨੇਮ ਆ ਸਾਡੇ ਕੋਲੇ ਐਕਸੀਡੈਂਟਲ ਸੈਂਪਲਿੰਗ। ਇਨਸੀਡੈਂਟਲ ਸੈਂਪਲਿੰਗ ਜਾਂ ਐਕਸੀਡੈਂਟਲ ਸੈਂਪਲਿੰਗ ਉੱਥੇ ਲੱਗੇਗੀ ਜਿੱਥੇ ਸਾਡੇ ਕੋਲੇ ਡਾਟੇ ਦੀ ਸਿਲੈਕਸ਼ਨ ਕੀ ਕਰਾਂਗੇ ਅਸੀਂ ਬਾਈ ਚਾਂਸ। ਜਦੋਂ ਸਾਡੇ ਕੋਲੇ ਡਾਟੇ ਦੀ ਸਿਲੈਕਸ਼ਨ ਕੀ ਹੁੰਦੀ ਆ ਬਾਈ ਚਾਂਸ, ਉੱਥੇ ਸਾਡੇ ਕੋਲੇ ਕਿਹੜੀ ਟੈਕਨੀਕ ਲੱਗਦੀ ਆ ਇਨਸੀਡੈਂਟਲ ਸੈਂਪਲਿੰਗ ਜਾਂ ਐਕਸੀਡੈਂਟਲ ਸੈਂਪਲਿੰਗ। यानी कि ਜਦੋਂ ਅਸੀਂ ਡਾਟਾ ਸਿਲੈਕਟ ਕਰਦੇ ਹਾਂ ਕਿਵੇਂ ਬਾਈ ਚਾਂਸ। ਜਿੰਨੇ ਵੀ ਆਮ ਤੌਰ ਤੇ ਟੀਵੀ ਰਿਪੋਰਟਰ ਨੇ ਜਾਂ ਪ੍ਰੈਸ ਰਿਪੋਰਟਰ ਨੇ ਉਹ ਕਿਹੜੀ ਟੈਕਨੀਕ ਯੂਜ਼ ਕਰਦੇ ਨੇ ਇਨਸੀਡੈਂਟਲ ਸੈਂਪਲਿੰਗ ਟੈਕਨੀਕ ਯੂਜ਼ ਕਰਦੇ ਨੇ। ਜਿਵੇਂ ਮੈਂ ਕਿਹਾ ਟੀਵੀ ਰਿਪੋਰਟਰ ਨੇ ਜਾਂ ਪ੍ਰੈਸ ਰਿਪੋਰਟਰ ਨੇ ਵੋਟਾਂ ਤੋਂ ਪਹਿਲਾਂ ਜਿਹੜਾ ਸਰਵੇ ਹੁੰਦਾ ਵੋਟਾਂ ਤੋਂ ਪਹਿਲਾਂ ਜਿਵੇਂ ਸਰਵੇ ਹੁੰਦਾ ਵੀ ਜਿਵੇਂ ਸਾਡੇ ਵੀ ਹੁਣ ਵੋਟਾਂ ਪਈਆਂ ਸੀ ਆਪਣੇ ਉਹ ਕਹਿੰਦੇ ਸੀ ਆਮ ਆਦਮੀ ਪਾਰਟੀ ਇੰਨੀਆਂ ਸੀਟਾਂ ਲੈ ਕੇ ਜਾਏਗੀ, ਅਕਾਲੀ ਇੰਨੀਆਂ ਸੀਟਾਂ ਲੈ ਕੇ ਜਾਣਗੇ, ਕਾਂਗਰਸ ਇੰਨੀਆਂ ਸੀਟਾਂ ਲੈ ਕੇ ਜਾਣਗੇ। ਉਦੋਂ ਜਿਹੜੀ ਸਾਡੇ ਕੋਲੇ ਸੈਂਪਲਿੰਗ ਟੈਕਨੀਕ ਲੱਗਦੀ ਆ ਉਹ ਕਿਹੜੀ ਲੱਗਦੀ ਆ ਇਨਸੀਡੈਂਟਲ ਸੈਂਪਲਿੰਗ ਟੈਕਨੀਕ ਲੱਗਦੀ ਆ। ਮੰਨ ਲਓ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਦੇਖਣਾ ਵੀ ਕਿਹੜਾ ਜਿੱਤੇਗਾ, ਮੰਨ ਲਓ ਇਹ ਦੇਖਣਾ ਉਹਨਾਂ ਨੇ ਪ੍ਰੈਡਿਕਟ ਕਰਨਾ ਵੀ ਕਿਹੜਾ ਪਾਰਟੀ ਦਾ ਵਰਕਰ ਆ ਜਿਹੜਾ ਸਾਡੇ ਕੋਲ ਕੈਂਡੀਡੇਟ ਆ ਜਿਹੜਾ ਉਹ ਤਾਂ ਜਦੋਂ ਪ੍ਰੈਸ ਰਿਪੋਰਟਰ ਹੁਣ ਇਹ ਤਾਂ ਹੈ ਨਹੀਂ ਵੀ ਕੱਲੇ ਜਾ ਕੇ ਜਿਹੜਾ ਪ੍ਰੈਸ ਰਿਪੋਰਟਰ ਹੈ ਵੀ ਉਹ ਕੱਲੇ ਪਰਸਨ ਨੂੰ ਜਾ ਕੇ ਮਿਲੇਗਾ ਤੇ ਫਿਰ ਉਹ ਕਹੇਗਾ ਵੀ ਇਹਨੂੰ ਕਿਹਨੂੰ ਵੋਟ ਪਾਓਗੇ ਕਿਹਨੂੰ ਵੋਟ ਨਹੀਂ ਪਾਓਗੇ। ਉਹ ਇੰਨਾ ਕੰਮ ਕਰਨਾ ਕੀ ਆ ਔਖਾ। ਮੰਨ ਲਓ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਆ ਗਿਆ, ਉਹਨੇ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਹੀ ਦੇਖਣਾ ਵੀ ਕਿਹੜੇ ਕੈਂਡੀਡੇਟ ਦਾ ਪ੍ਰਭਾਵ ਜ਼ਿਆਦਾ। ਜਦੋਂ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਆ ਗਿਆ ਇੱਥੇ ਜਿੰਨੇ ਵੀ ਉਹਨੂੰ ਸਟੂਡੈਂਟ ਮਿਲਣਗੇ ਉਹ ਸਾਰੇ ਸਟੂਡੈਂਟ ਕਿਵੇਂ ਮਿਲਣਗੇ ਬਾਈ ਚਾਂਸ। ਮੰਨ ਲਓ ਕੋਰੀਡੋਰ ਜਾ ਰਿਹਾ ਜਾਂ ਉਹ ਬॉयਜ਼ ਹੋਸਟਲ ਵਾਲੀ ਸਾਈਡ ਜਾ ਰਿਹਾ, ਉਹ ਰਸਤੇ ਦੇ ਵਿੱਚ ਉਹਨੂੰ ਜਿੰਨੇ ਵੀ ਸਟੂਡੈਂਟ ਮਿਲ ਰਹੇ ਨੇ ਉਹ ਸਾਰੇ ਸਟੂਡੈਂਟ ਕਿਵੇਂ ਮਿਲ ਰਹੇ ਨੇ ਬਾਈ ਚਾਂਸ। ਇਸ ਤਰ੍ਹਾਂ ਜੇ ਉਹ ਮੰਨ ਲਓ 11 ਵਜੇ ਆਇਆ ਉਦੋਂ ਉਹਨੂੰ ਹੋਰ ਸਟੂਡੈਂਟ ਮਿਲਣਗੇ, ਮੰਨ ਲਓ ਉਹ 3 ਵਜੇ ਆਂਦਾ ਉਦੋਂ ਉਹਨੂੰ ਕੋਈ ਹੋਰ ਸਟੂਡੈਂਟ ਮਿਲਣੇ ਸੀ। ਜਿੰਨੇ ਵੀ ਸਟੂਡੈਂਟ ਉਹਨੂੰ ਮਿਲਣੇ ਸੀ ਉਹ ਸਾਰੇ ਸਟੂਡੈਂਟ ਕਿਵੇਂ ਮਿਲਣੇ ਸੀ ਬਾਏ ਚਾਂਸ। ਇਸ ਤਰ੍ਹਾਂ ਜਦੋਂ ਬਾਏ ਚਾਂਸ ਡਾਟੇ ਦੀ ਸਿਲੈਕਸ਼ਨ ਹੁੰਦੀ ਆ, ਬਾਏ ਚਾਂਸ ਜਦੋਂ ਸੈਂਪਲ ਦੀ ਸਿਲੈਕਸ਼ਨ ਹੁੰਦੀ ਆ ਉੱਥੇ ਕਿਹੜੀ ਟੈਕਨੀਕ ਲੱਗਦੀ ਆ ਇਨਸੀਡੈਂਟਲ ਸੈਂਪਲਿੰਗ ਟੈਕਨੀਕ ਲੱਗਦੀ ਆ। ਬੋਲੋ ਕਲੀਅਰ ਆ। ਜਾਂ ਤੁਸੀਂ ਜਿਵੇਂ ਆਪਾਂ ਬੱਸ ਦੇ ਵਿੱਚ ਬੈਠੇ ਜਾਂ ਟ੍ਰੇਨ ਦੇ ਵਿੱਚ ਬੈਠੇ ਬੱਸ ਦੇ ਵਿੱਚ ਬੈਠੇ ਜਾਂ ਟ੍ਰੇਨ ਦੇ ਵਿੱਚ ਬੈਠੇ ਕਿਤੇ ਵੀ ਜਾ ਰਹੇ ਹਾਂ, ਰਸਤੇ ਦੇ ਵਿੱਚ ਜਦੋਂ ਅਸੀਂ ਜਾ ਰਹੇ ਹਾਂ ਉਦੋਂ ਸਾਡੇ ਨਾਲ ਜਿੰਨੇ ਵੀ ਬੰਦੇ ਮਿਲਦੇ ਨੇ, ਜਿੰਨੇ ਵੀ ਪਰਸਨ ਸਾਡੇ ਨਾਲ ਵਿਚਰਦੇ ਨੇ ਉਹ ਸਾਰੇ ਪਰਸਨ ਸਾਨੂੰ ਕਿਵੇਂ ਮਿਲਦੇ ਨੇ ਬਾਈ ਚਾਂਸ। ਬਾਈ ਚਾਂਸ ਤੁਸੀਂ ਆਪਣੀ ਸੀਟ ਤੇ ਬੈਠੇ ਹੋ, ਤੁਹਾਡੇ ਨਾਲ ਆ ਕੇ ਇੱਕ ਬੰਦਾ ਬੈਠ ਜਾਂਦਾ, ਤੁਹਾਡੇ ਨਾਲ ਬੰਦਾ ਇੱਕ ਬੈਠ ਜਾਂਦਾ। ਹੁਣ ਜਦੋਂ ਉਹ ਬੰਦਾ ਆ ਕੇ ਤੁਹਾਡੇ ਨਾਲ ਬੈਠ ਜਾਂਦਾ ਉਹ ਪਰਸਨ ਕਿਵੇਂ ਬੈਠਾ ਬਾਈ ਚਾਂਸ। ਹੁਣ ਤੁਸੀਂ ਉਹਦੇ ਨਾਲ ਗੱਲਾਂ ਬਾਤਾਂ ਕਰਨ ਲੱਗੇ, ਉਹਦੇ ਨਾਲ ਕੀ ਕਰਨ ਲੱਗੇ ਗੱਲਾਂ ਬਾਤਾਂ ਕਰਨ
ਕਰਨ ਲੱਗੇ, ਬਾਅਦ ਦੇ ਵਿੱਚ ਤੁਹਾਨੂੰ ਪਤਾ ਲੱਗਿਆ ਵੀ ਇਹ ਪਰਸਨ ਉਸ ਫੀਲਡ ਨਾਲ ਸੰਬੰਧਿਤ ਹੈ ਜਿਹਦੇ ਵਿੱਚ ਮੈਂ ਕੀ ਕਰ ਰਿਹਾ, ਰਿਸਰਚ ਕਰ ਰਿਹਾ, ਤਾਂ ਤੁਸੀਂ ਆਪਣਾ ਕੁਐਸਚਨਰ ਕੱਢੋਗੇ ਦੋਸਤੋ, ਕੀ ਕਰਾ ਲਓਗੇ, ਫਿਲ ਕਰਾ ਲਓਗੇ। ਤਾਂ ਉਹ ਪਰਸਨ ਵੀ ਤੁਹਾਨੂੰ ਕਿਵੇਂ ਮਿਲਿਆ, ਬਾਏ ਚਾਂਸ। ਯਾਨੀ ਕਿ ਜਦੋਂ ਸਾਡੇ ਕੋਲੇ ਬਾਏ ਚਾਂਸ ਡਾਟੇ ਦੀ ਸਿਲੈਕਸ਼ਨ ਹੁੰਦੀ ਆ, ਯਾਨੀ ਕਿ ਬਾਏ ਚਾਂਸ ਡਾਟੇ ਦੀ ਸਿਲੈਕਸ਼ਨ ਹੁੰਦੀ ਆ, ਉੱਥੇ ਕਿਹੜੀ ਟੈਕਨੀਕ ਲੱਗਦੀ ਆ, ਇਨਸੀਡੈਂਟਲ ਸੈਂਪਲਿੰਗ ਟੈਕਨੀਕ। ਥਰਡ ਟੈਕਨੀਕ ਆ ਸਾਡੇ ਕੋਲੇ ਸਨੋਬਾਲ ਸੈਂਪਲਿੰਗ। ਸਨੋਬਾਲ ਸੈਂਪਲਿੰਗ ਦਾ ਸੈਕੰਡ ਨੇਮ ਕੀ ਆ, ਮਾਰਕੀਟਿੰਗ ਸੈਂਪਲਿੰਗ, ਤੇ ਥਰਡ ਨੇਮ ਕੀ ਆ, ਚੈਨ ਰੈਫਰਲ ਸੈਂਪਲਿੰਗ। ਇਹ ਕਿੱਥੇ ਲੱਗੇਗੀ, ਜਿੱਥੇ ਸਾਡੀ ਪਾਪੂਲੇਸ਼ਨ ਕੀ ਹੋਏਗੀ, ਅਨਨੋਨ, ਤੇ ਜਿਹੜੀ ਡਾਟੇ ਦੀ ਸਿਲੈਕਸ਼ਨ ਕੀ ਹੋਵੇਗੀ, ਬਾਏ ਰੈਫਰੈਂਸ। ਮੈਂ ਫੇਰ ਦੱਸ ਰਿਹਾ, ਅਸੀਂ ਕਿਹੜੀ ਟੈਕਨੀਕ ਸਟਾਰਟ ਕੀਤੀ ਆ, ਸਨੋਬਾਲ ਸੈਂਪਲਿੰਗ। ਉਹ ਕਿੱਥੇ ਲੱਗੇਗੀ, ਜਿੱਥੇ ਪਾਪੂਲੇਸ਼ਨ ਕੀ ਹੋਏਗੀ, ਅਨਨੋਨ, ਤੇ ਡਾਟੇ ਦੀ ਸਿਲੈਕਸ਼ਨ ਕੀ ਹੋਏਗੀ, ਬਾਏ ਰੈਫਰੈਂਸ। ਹੁਣ ਜਦੋਂ ਸਾਡੀ ਪਾਪੂਲੇਸ਼ਨ ਦੀ ਐਕਸੈਸ ਯਾਨੀ ਕਿ ਕੀ ਹੋਵੇ, ਡਿਫਿਕਲਟ ਹੋਵੇ, ਯਾਨੀ ਕਿ ਸਾਡੀ ਪਾਪੂਲੇਸ਼ਨ ਤੱਕ ਪਹੁੰਚ ਕੀ ਹੋਵੇ, ਡਿਫਿਕਲਟ ਹੋਵੇ, ਸਾਨੂੰ ਆਪਣੀ ਪਾਪੂਲੇਸ਼ਨ ਬਾਰੇ ਪੂਰਾ ਪਤਾ ਨਾ ਹੋਵੇ, ਤਾਂ ਉੱਥੇ ਅਸੀਂ ਕਿਹੜੀ ਟੈਕਨੀਕ ਲਗਾਉਂਦੇ ਆ, ਸਨੋਬਾਲ ਸੈਂਪਲਿੰਗ। ਜਿੰਨੇ ਵੀ ਸੈਂਸਿਟਿਵ ਟੌਪਿਕ ਨੇ, ਜਿਵੇਂ ਡਰੱਗ ਐਡਿਕਸ਼ਨ ਹੋ ਗਿਆ ਜਾਂ ਅਡੋਲੋਸੈਂਸ ਨੂੰ ਜਿੰਨੀਆਂ ਵੀ ਸੈਕਸੁਅਲ ਪ੍ਰੋਬਲਮ ਆਉਂਦੀਆਂ ਨੇ, ਉਹਦੇ ਉੱਤੇ ਵੀ ਆਮ ਤੌਰ ਤੇ ਕਿਹੜੀ ਟੈਕਨੀਕ ਲੱਗਦੀ ਆ, ਸਨੋਬਾਲ ਸੈਂਪਲਿੰਗ। ਜਿਵੇਂ ਐਗਜ਼ਾਮਪਲ ਦੇ ਤੌਰ ਤੇ ਮੈਂ ਸਟੱਡੀ ਕਰ ਰਿਹਾ ਕਿਹਦੇ ਉੱਪਰ, ਡਰੱਗ ਐਡਿਕਸ਼ਨ ਦੇ ਉੱਪਰ। ਮੈਂ ਸਟੱਡੀ ਕਰ ਰਿਹਾ ਮੰਨ ਲਓ ਕਿਹਦੇ ਉੱਪਰ, ਡਰੱਗ ਐਡਿਕਸ਼ਨ ਦੇ ਉੱਪਰ। ਮੈਂ ਇਹ ਦੇਖਣਾ ਜਿਹੜੇ ਵੀ ਸਾਡੇ ਪੰਜਾਬ ਦੇ ਯੂਥ ਹੈ ਜੋ ਡਰੱਗ ਲੈ ਰਹੀ ਆ, ਉਹਨਾਂ ਨੂੰ ਕਿਹੜੇ ਕਾਰਨ ਹੋਏ ਜਿਹਦੇ ਕਾਰਨ ਕਰਕੇ ਉਹਨਾਂ ਨੂੰ ਕੀ ਲੈਣਾ ਪਿਆ, ਡਰੱਗ ਲੈਣਾ ਸਟਾਰਟ ਕਰਨਾ ਪਿਆ। ਤੇ ਜਦੋਂ ਉਹਨਾਂ ਨੇ ਡਰੱਗ ਲੈਣਾ ਸਟਾਰਟ ਕੀਤਾ ਤਾਂ ਉਹਨਾਂ ਨੂੰ ਕਿਹੜੀਆਂ ਹੁਣ ਪ੍ਰੋਬਲਮਾਂ ਜਿਹੜੀਆਂ ਕੀ ਕਰਨੀਆਂ ਪੈਂਦੀਆਂ ਨੇ, ਫੇਸ ਕਰਨੀਆਂ ਪੈਂਦੀਆਂ ਨੇ, ਜਾਂ ਉਹ ਡਰੱਗ ਲੈਣ ਦੇ ਕਾਰਨ ਉਹਨਾਂ ਦੇ ਉੱਪਰ ਹੁਣ ਕਿਸ ਤਰ੍ਹਾਂ ਦਾ ਨੈਗੇਟਿਵ ਜਾਂ ਪੋਜ਼ਿਟਿਵ ਕੀ ਪੈ ਰਿਹਾਗਾ, ਪ੍ਰਭਾਵ ਪੈ ਰਿਹਾ। ਤਾਂ ਹੁਣ ਮੇਰਾ ਟੌਪਿਕ ਕੀ ਆ, ਡਰੱਗ ਐਡਿਕਸ਼ਨ। ਹੁਣ ਜਿਹੜੇ ਡਰੱਗ ਐਡਿਕਟਡ ਪਰਸਨ ਨੇ, ਉਹਨਾਂ ਤੱਕ ਮੇਰੀ ਐਕਸੈਸ ਆ ਜਿਹੜੀ ਉਹ ਕੀ ਹੋਏਗੀ, ਡਿਫਿਕਲਟ ਹੋਏਗੀ, ਮੈਨੂੰ ਉਹਨਾਂ ਨੂੰ ਲੱਭਣਾ ਕੀ ਹੋਏਗਾ, ਔਖਾ ਹੋਏਗਾ। ਮੰਨ ਲਓ ਮੈਨੂੰ ਇੱਕ ਪਰਸਨ ਮਿਲ ਗਿਆ ਜਿਹੜਾ ਕੀ ਕਰਦਾ, ਡਰੱਗ ਕਰਦਾ, ਮੈਂ ਉਹਦੇ ਕੋਲੇ ਚਲਿਆ ਗਿਆ। ਸਭ ਤੋਂ ਪਹਿਲਾਂ ਮੈਂ ਉਸ ਬੰਦੇ ਨਾਲ ਕੀ ਬਣਾਵਾਂਗਾ, ਰੈਪਿਡ ਬਣਾਵਾਂਗਾ, ਯਾਨੀ ਕਿ ਰਿਲੇਸ਼ਨ ਬਣਾਵਾਂਗਾ। ਉਸ ਪਰਸਨ ਨੂੰ ਜਾ ਕੇ ਦੱਸਾਂਗਾ ਵੀ ਭਾਈ ਆਹ ਕਾਰਨ ਆ, ਜਿਨ੍ਹਾਂ ਕਾਰਨ ਕਰਕੇ ਮੈਂ ਕੀ ਕਰ ਰਿਹਾ, ਰਿਸਰਚ ਕਰ ਰਿਹਾ। ਮੈਂ ਇਹ ਦੇਖਣਾ ਵੀ ਉਹ ਕਿਹੜੇ ਕਾਰਨ ਆ ਜਿਨ੍ਹਾਂ ਕਾਰਨ ਕਰਕੇ ਪੰਜਾਬ ਦੀ ਯੂਥ ਕੀ ਲੈਣ ਲੱਗੀ, ਡਰੱਗ ਲੈਣ ਲੱਗੀ। ਪੰਜਾਬ ਦੀ ਯੂਥ ਕੀ ਲੈਣ ਲੱਗੀ, ਡਰੱਗ ਲੈਣ ਲੱਗੀ। ਮੈਂ ਉਹ ਕਾਰਨ ਦੇਖਣੇ ਵੀ ਕਿਹੜੇ ਕਾਰਨ ਆ ਜਿਨ੍ਹਾਂ ਕਾਰਨ ਕਰਕੇ ਉਹ ਕੀ ਲੈਣ ਲੱਗੇ ਨੇ, ਡਰੱਗ ਲੈਣ ਲੱਗੇ ਨੇ, ਤੇ ਅੱਜ ਉਸ ਡਰੱਗ ਦਾ ਉਹਨਾਂ ਉੱਪਰ ਕੀ ਪ੍ਰਭਾਵ ਪੈ ਰਿਹਾ। ਤਾਂ ਮੈਂ ਉਸ ਨੂੰ ਕਹਾਂਗਾ, ਮੈਨੂੰ ਵੀ ਪਤਾ ਲੱਗਿਆ ਵੀ ਤੂੰ ਵੀ ਕੀ ਕਰਦਾ, ਡਰੱਗ ਕਰਦਾ। ਜੇ ਤੂੰ ਮੇਰੀ ਹੈਲਪ ਕਰਨਾ ਚਾਹੁੰਦਾ, ਜੇ ਤੁਸੀਂ ਮੇਰੀ ਹੈਲਪ ਕਰਨਾ ਚਾਹੁੰਦੇ ਹੋ, ਤਾਂ ਮੇਰਾ ਜਿਹੜਾ ਕੁਐਸਚਨਰ ਆ ਉਹ ਕੀ ਕਰਦੇ, ਫਿਲ ਕਰਦੇ। ਉਹ ਪਰਸਨ ਮੇਰਾ ਕੀ ਕਰ ਦੇਗਾ, क्वेश्चन फिल कर देगा। मान लो मैंने सैंपल लेना 500 तो, मैंने सैंपल कितने तो लेना 500 तो, हजे तक तो मेरा कितना बंदे सिलेक्ट हुए ने अपने सैंपल दे विच 1। फिर उसनों मैं कहांगा भी ब्रदर जे तू सिस्टर जो भी है भी जे तू मेरी हेल्प करना चाहना अगे, तो मैनू होर परसन दस जिहड़े की करते हैं, ड्रग करते हैं। हुण दोस्त नूं दोस्त दा पता हुंदा भी आ भी ड्रग करदा, आ भी ड्रग करदा, वो मैनू 4-5 परसन होर गिना देगा भी आ भी की करदा जी, ड्रग करदा, आ भी की करदा जी, ड्रग करदा, आ भी की करदा, ड्रग करदा। मैं इन्हां कोले भी जाके इसे तरह की ले लांगा, डाटा ले लांगा। जो इन्हां तो डाटा ले लिया, इन्हां नूं कहांगा अगे अपने नाल दी होर दसो, तो ये भी मैनूं दस देगा 4-5 बंदे, ये भी मैनूं दस देगा 4-5 बंदे। इस तरह की बनता जाएगा, एक नैटवर्क बनता जाएगा। इस तरह की बनता जाएगा, नैटवर्क बनता जाएगा। तो नैटवर्क के थ्रू सारा डाटा की हो जाएगा, कलैक्ट हो जाएगा। उसनूं असीं किहड़ी तकनीक कहने आ, स्नोबॉल सैंपलिंग कहने आ। साडे नैट दे पेपर दे विच क्वेश्चन आया सी भी जदों असीं नैटवर्किंग दे थ्रू, किहदे थ्रू, नैटवर्किंग दे थ्रू डाटा कलैक्ट करदे आ, तां उत्थे किहड़ी तकनीक लगदी है, तां किहड़ी तकनीक लगदी है, स्नोबॉल सैंपलिंग लगदी है। जिवें फॉरएवर कंपनियां ਜਾਂ ਐਮਬੇ ਕੰਪਨੀਆਂ, ਉਹਨਾਂ ਦਾ ਵੀ ਇੱਕ ਕੀ ਬਣਿਆ ਹੋਇਆ, ਨੈਟਵਰਕ ਬਣਿਆ ਹੋਇਆ। ਉਹਨਾਂ ਨੇ ਵੀ ਜਿੰਨੇ ਲੋਕ ਆਇਡੈਂਟੀਫਾਈ ਕੀਤੇ ਨੇ, ਉਹ ਸਾਰੇ ਕਿਹਦੇ ਥਰੂ ਕੀਤੇ ਨੇ, ਸਨੋਬॉल ਸੈਂਪਲਿੰਗ ਦੇ ਥਰੂ ਕੀਤੇ ਨੇ। ਕਿਹਦੇ ਥਰੂ ਕੀਤੇ ਨੇ, ਸਨੋਬॉल ਸੈਂਪਲਿੰਗ ਦੇ ਥਰੂ ਕੀਤੇ ਨੇ। ਜਿਵੇਂ ਮੰਨ ਲਓ ਐਮਬੇ ਕੰਪਨੀ ਦਾ ਇੱਕ ਡੀਲਰ ਤੁਹਾਡੇ ਘਰੇ ਜਾਂਦਾ,
ਉਹ ਆ ਕੇ ਦੱਸੇਗਾ ਸਾਡਾ ਪੇਸਟ ਨਾਲ ਆਹ ਹੁੰਦਾ, ਸਾਡੀ ਡੇਲੀ ਖਾਓ ਉਹਦੇ ਨਾਲ ਆਹ ਹੋ ਜਾਂਦਾ। ਉਹ ਆਪਣੀਆਂ ਕੱਲੀ ਕੱਲੀ ਚੀਜ਼ ਦੀਆਂ ਐਡਵਾਂਟੇਜ ਦੱਸੇਗਾ, ਤੇ ਜਦੋਂ ਐਡਵਾਂਟੇਜ ਦੱਸੇਗਾ ਅਸੀਂ ਉਹਦਾ ਕੀ ਬਣ ਜਾਵਾਂਗੇ, ਮੈਂਬਰ ਬਣ ਜਾਵਾਂਗੇ। ਉਹ ਸਾਨੂੰ ਕਹੇਗਾ ਅੱਗੇ ਤੁਸੀਂ ਆਪਣੇ ਨਾਲ ਹੋਰ ਮੈਂਬਰ ਜੋੜੋ। ਜਦੋਂ ਅਸੀਂ ਹੋਰ ਮੈਂਬਰ ਜੋੜਾਂਗੇ ਤਾਂ ਇੱਕ ਕੀ ਬਣਦਾ ਜਾਏਗਾ, ਨੈਟਵਰਕ ਬਣਦਾ ਜਾਏਗਾ। ਜਦੋਂ ਨੈਟਵਰਕਿੰਗ ਦੇ ਥਰੂ ਡਾਟਾ ਕਲੈਕਟ ਕੀਤਾ ਜਾਂਦਾ ਤਾਂ ਉੱਥੇ ਕਿਹੜੀ ਟੈਕਨੀਕ ਲੱਗਦੀ ਆ, ਸਨੋਬਾਲ ਸੈਂਪਲਿੰਗ ਲੱਗਦੀ ਆ। ਮੈਂ ਫੇਰ ਦੱਸ ਰਿਹਾ ਸਟੂਡੈਂਟ, ਸਨੋਬਾਲ ਸੈਂਪਲਿੰਗ ਉੱਥੇ ਲੱਗੇਗੀ ਜਿੱਥੇ ਪਾਪੂਲੇਸ਼ਨ ਕੀ ਹੋਏਗੀ, ਅਨਨੋਨ। ਜਿੱਥੇ ਪਾਪੂਲੇਸ਼ਨ ਕੀ ਹੋਏਗੀ, ਅਨਨੋਨ। ਤੇ ਡਾਟਾ ਕਿਵੇਂ ਕਲੈਕਟ ਕੀਤਾ ਜਾਂਦਾ, ਬਾय ਰੈਫਰੈਂਸ। ਤੇ ਇੱਕ ਕੀ ਬਣਦਾ ਜਾਂਦਾਗਾ, ਨੈਟਵਰਕ। ਕੀ ਬਣਦਾ ਜਾਂਦਾ, ਇੱਕ ਨੈਟਵਰਕ। ਤਾਂ ਜਦੋਂ ਨੈਟਵਰਕਿੰਗ ਦੇ ਥਰੂ ਡਾਟਾ ਕਲੈਕਟ ਕੀਤਾ ਜਾਂਦਾ ਤਾਂ ਉੱਥੇ ਕਿਹੜੀ ਟੈਕਨੀਕ ਲੱਗਦੀ ਆ, ਸਨੋਬਾਲ ਸੈਂਪਲਿੰਗ। फोर्थ मैथड है साडा कन्वीनियंस सैंपलिंग। फोर्थ मैथड है जिहड़ा वो की है, कन्वीनियंस सैंपलिंग। कन्वीनियंस जिवें दे नाम तो ही क्लीयर हो रहा, जदों असीं अपनी कन्वीनियंस के थ्रू डाटा की करते हैं, कलैक्ट करते हैं। जदों असीं अपनी किहदे थ्रू, कन्वीनियंस के थ्रू डाटा की करते हैं, कलैक्ट करते हैं। यानी कि साडा टाइम भी की लगे, घट लगे। यानी कि टाइम भी की लगे, घट लगे, ਤੇ ਸਾਡੀ ਜਿਹੜੀ ਮਨੀ ਆ ਉਹ ਵੀ ਕੀ ਹੋ ਜੇ, ਸੇਵ ਹੋ ਜੇ। ਤਾਂ ਆਹ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਜਦੋਂ ਡਾਟਾ ਕਲੈਕਟ ਕੀਤਾ ਜਾਂਦਾ ਉੱਥੇ ਕਿਹੜੀ ਸੈਂਪਲਿੰਗ ਟੈਕਨੀਕ ਲੱਗਦੀ ਆ, ਕਨਵੀਨੀਅੰਸ ਸੈਂਪਲਿੰਗ ਟੈਕਨੀਕ ਲੱਗਦੀ ਆ। ਜਿਵੇਂ ਅਸੀਂ ਕੋਈ ਰਿਸਰਚ ਕਰ ਰਹੇ ਆ, ਅਸੀਂ ਆਪਣੇ ਫੈਮਿਲੀ ਮੈਂਬਰ ਤੋਂ ਡਾਟਾ ਲੈ ਲਈਏ, ਅਸੀਂ ਆਪਣੇ ਫੈਮਿਲੀ ਮੈਂਬਰ ਤੋਂ ਡਾਟਾ ਲੈ ਲਈਏ, ਜਾਂ ਅਸੀਂ ਆਪਣੇ ਰੂਮਮੇਟਸ ਤੋਂ ਡਾਟਾ ਲੈ ਲਈਏ, ਤੇ ਜਾਂ ਅਸੀਂ ਆਪਣੇ ਕਲਾਸਮੇਟ ਤੋਂ ਕੀ ਲੈ ਲਈਏ, ਡਾਟਾ ਲੈ ਲਈਏ। ਤਾਂ ਇਸ ਤਰ੍ਹਾਂ ਜਿਹੜੀ ਟੈਕਨੀਕ ਲੱਗਦੀ ਆ ਉੱਥੇ ਉਹ ਕਿਹੜੀ ਲੱਗਦੀ ਆ, ਕਨਵੀਨੀਅੰਸ ਸੈਂਪਲਿੰਗ ਲੱਗਦੀ ਆ। ਯਾਨੀ ਕਿ ਅਸੀਂ ਜਦੋਂ ਇਹ ਸੋਚਦੇ ਆ ਵੀ ਸਾਡਾ ਟਾਈਮ ਵੀ ਕੀ ਹੋ ਜੇ, ਸੇਵ ਹੋ ਜੇ, ਤੇ ਸਾਡੀ ਮਨੀ ਵੀ ਕੀ ਹੋ ਜੇ, ਸੇਵ ਹੋ ਜੇ, ਤੇ ਸਾਨੂੰ ਕੀ ਮਿਲ ਜੇ, ਇੱਕ ਡਾਟਾ ਮਿਲ ਜੇ, ਤਾਂ ਉੱਥੇ ਅਸੀਂ ਕਿਹੜੀ ਟੈਕਨੀਕ ਲਗਾਉਂਦੇ ਆ, ਕਨਵੀਨੀਅੰਸ ਸੈਂਪਲਿੰਗ ਲਗਾਉਂਦੇ ਆ। ਯਾਨੀ ਕਿ ਡਾਟਾ ਲੈਣ ਸਮੇਂ ਸਾਨੂੰ ਪ੍ਰੋਬਲਮ ਕੀ ਆਵੇ, ਘੱਟ ਤੋਂ ਘੱਟ ਆਵੇ। ਜਦੋਂ ਇਹ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਡਾਟਾ ਕਲੈਕਟ ਕੀਤਾ ਜਾਂਦਾ ਤਾਂ ਉੱਥੇ ਕਿਹੜੀ ਟੈਕਨੀਕ ਲੱਗੇਗੀ, ਕਨਵੀਨੀਅੰਸ ਸੈਂਪਲਿੰਗ ਲੱਗੇਗੀ। ਮੰਨ ਲਓ ਤੁਸੀਂ ਕੋਈ ਵੀ ਰਿਸਰਚ ਕਰ ਰਹੇ ਹੋ ਤਾਂ ਤੁਸੀਂ ਆਪਣੇ ਆਲੇ ਦੁਆਲੇ अपनी फैमिली मैंबर तो डाटा कलैक्ट कर लिया, ਜਾਂ अपने आंढ गुआंढ यानी कि अपने गुआंढियों तो डाटा कलैक्ट कर लिया, ਜਾਂ अपने रूममेट्स तो डाटा कलैक्ट कर लिया, ਜਾਂ अपने क्लासमेट तो डाटा कलैक्ट कर लिया। ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਜਦੋਂ ਅਸੀਂ ਜਿਹੜੀ ਟੈਕਨੀਕ ਯੂਜ਼ ਕਰਦੇ ਹਾਂ ਉਸ ਟੈਕਨੀਕ ਨੂੰ ਕਿਹੜੀ ਟੈਕਨੀਕ ਕਹਿੰਦੇ ਨੇ, ਕਨਵੀਨੀਅੰਸ ਸੈਂਪਲਿੰਗ ਕਹਿੰਦੇ ਨੇ। ਯਾਨੀ ਕਿ ਸਾਨੂੰ ਡਾਟਾ ਲੈਣ ਦੇ ਵਿੱਚ ਕੀ ਹੋਣੀ ਚਾਹੀਦੀ ਹੈ, ਕਨਵੀਨੀਅੰਟ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਨੈਕਸਟ ਟੈਕਨੀਕ ਹੈ ਜਜਮੈਂਟਲ ਸੈਂਪਲਿੰਗ। फिफ्थ तकनीक है जजमेंटल सैंपलिंग। सेकंड नेम है इसका प्रपोजल सैंपलिंग। फिफ्थ टेक्निक ਕਿਹੜੀ ਹੈ, ਜਜਮੈਂਟਲ ਸੈਂਪਲਿੰਗ ਜਾਂ ਪ੍ਰਪੋਜ਼ਲ ਸੈਂਪਲਿੰਗ। ਜਦੋਂ ਅਸੀਂ ਇਹ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਡਾਟਾ ਕਲੈਕਟ ਕਰਦੇ ਹਾਂ ਵੀ ਜੇ ਅਸੀਂ ਇਸ ਪਰਸਨ ਤੋਂ ਡਾਟਾ ਲੈ ਲਾਂਗੇ, ਯਾਨੀ ਕਿ ਇਸ ਇੰਡੀਵਿਜੂਅਲ ਤੋਂ ਡਾਟਾ ਲੈ ਲਾਂਗੇ, ਜਾਂ ਇਸ ਏਰੀਏ ਤੋਂ ਡਾਟਾ ਲੈ ਲਾਂਗੇ, ਜਾਂ ਇਸ ਆਈਟਮ ਤੋਂ ਡਾਟਾ ਲੈ ਲਾਂਗੇ, ਜਿਹਦੇ ਨਾਲ ਸਾਡਾ ਪਰਪਸ ਕੀ ਹੋ ਜਾਏਗਾ, ਫੁੱਲਫਿਲ ਹੋ ਜਾਏਗਾ। ਜਿਹਦੇ ਨਾਲ ਸਾਡਾ ਪਰਪਸ ਕੀ ਹੋ ਜਾਏਗਾ, ਫੁੱਲਫਿਲ ਹੋ ਜਾਏਗਾ। ਉੱਥੇ ਕਿਹੜੀ ਟੈਕਨੀਕ ਲੱਗਦੀ ਆ, ਜਜਮੈਂਟਲ ਸੈਂਪਲਿੰਗ ਟੈਕਨੀਕ ਲੱਗਦੀ ਆ। ਮੈਂ ਫਿਰ ਦੱਸ ਰਿਹਾ, ਜਦੋਂ ਅਸੀਂ ਉਸ ਇੰਡੀਵਿਜੂਅਲ ਤੋਂ ਜਾਂ ਉਸ ਏਰੀਏ ਤੋਂ ਜਾਂ ਉਸ ਸੁਸਾਇਟੀ ਤੋਂ ਡਾਟਾ ਲਈਏ ਜਿਹਦੇ ਨਾਲ ਸਾਡਾ ਪਰਪਸ ਕੀ ਹੋ ਜੇ, ਪੂਰਾ ਹੋ ਜੇ, ਯਾਨੀ ਕਿ ਸਾਡਾ ਪਰਪਸ ਕੀ ਹੋ ਜੇ, ਫੁੱਲਫਿਲ ਹੋ ਜੇ, ਉੱਥੇ ਕਿਹੜੀ ਟੈਕਨੀਕ ਲੱਗਦੀ ਆ, ਜਜਮੈਂਟਲ ਸੈਂਪਲਿੰਗ ਟੈਕਨੀਕ ਲੱਗਦੀ ਆ। ਯਾਨੀ ਕਿ ਜਦੋਂ ਸਾਨੂੰ ਪਤਾ ਹੁੰਦਾ ਵੀ ਜੇ ਮੈਂ ਇਸ ਇੰਡੀਵਿਜੂਅਲ ਤੋਂ ਜਾਂ ਇਸ ਸੁਸਾਇਟੀ ਤੋਂ ਡਾਟਾ ਲਵਾਂਗਾ ਤਾਂ ਮੇਰਾ ਪਰਪਸ ਕੀ ਹੋ ਜਾਏਗਾ, ਪੂਰਾ ਹੋ ਜਾਏਗਾ। ਮੇਰਾ ਪਰਪਸ ਕੀ ਹੋ ਜਾਏਗਾ, ਪੂਰਾ ਹੋ ਜਾਏਗਾ। ਤਾਂ ਉੱਥੇ ਕਿਹੜੀ ਟੈਕਨੀਕ ਲੱਗੇਗੀ, ਸਾਡੀ ਜਜਮੈਂਟਲ ਸੈਂਪਲਿੰਗ ਟੈਕਨੀਕ ਲੱਗੇਗੀ। ਜਿਵੇਂ ਮੰਨ ਲਓ ਜਿਹੜੇ ਸਟੂਡੈਂਟ ਡੈਲੀਕੁਐਂਟ ਸਟੂਡੈਂਟ ਹੁੰਦੇ ਨੇ, ਕਿਹੜੇ ਸਟੂਡੈਂਟ ਹੁੰਦੇ ਨੇ, ਡੈਲੀਕੁਐਂਟ ਹੁੰਦੇ ਨੇ। ਤਾਂ ਹੁਣ ਸਾਨੂੰ ਪਤਾ ਜਿਹੜੇ ਡੈਲੀਕੁਐਂਟ ਸਟੂਡੈਂਟ ਆ, ਜੇ ਅਸੀਂ ਉੱਥੇ ਟੈਕਨੀਕ ਲਗਾਵਾਂਗੇ ਤਾਂ ਕਿਹੜੀ ਟੈਕਨੀਕ ਲਗਾਵਾਂਗੇ, ਜਜਮੈਂਟਲ ਸੈਂਪਲਿੰਗ। ਯਾਨੀ ਕਿ ਜਿੰਨੀਆਂ ਵੀ ਡੈਲੀਕੁਐਂਟ ਰਿਟਰਨ ਨਾਲ ਜੇਲ੍ਹ ਬਣੀਆਂ ਹੋਈਆਂ ਉੱਥੋਂ ਜਾ ਕੇ ਡਾਟਾ ਲੈ ਲਾਂਗੇ, ਜਾਂ ਉਹਨਾਂ ਦੀਆਂ ਫੈਮਿਲੀ ਤੋਂ ਜਾ ਕੇ ਕੀ ਲੈ ਲਾਂਗੇ, ਡਾਟਾ ਲੈ ਲਾਂਗੇ। ਜਿੰਨੇ ਵੀ ਡੈਲੀਕੁਐਂਟ ਸਟੂਡੈਂਟ ਨੇ ਜਾਂ ਜਿੰਨੇ ਵੀ ਹੈਂਡੀਕੈਪਡ ਸਟੂਡੈਂਟ ਨੇ ਉਹਨਾਂ ਤੋਂ ਜਿਹੜਾ ਅਸੀਂ ਡਾਟਾ ਲੈਂਦੇ ਆ
ਜਿਹੜਾ ਅਸੀਂ ਕੀ ਲੈਂਦੇ ਆ ਡਾਟਾ ਲੈਂਦੇ ਆ ਉੱਥੇ ਆਮ ਤੌਰ ਤੇ ਕਿਹੜੀ ਟੈਕਨੀਕ ਯੂਜ਼ ਕਰਦੇ ਆ ਜੱਜਮੈਂਟਲ ਸੈਂਪਲਿੰਗ ਟੈਕਨੀਕ ਯੂਜ਼ ਕਰਦੇ ਆ ਇਹ ਸੀ ਸਾਡੇ ਕੋਲੇ ਕਿਹੜੀ ਟੈਕਨੀਕ ਨॉन ਪ੍ਰੋਬੇਬਿਲਿਟੀ ਸੈਂਪਲਿੰਗ ਮੈਂ ਫੇਰ ਦੱਸ ਰਿਹਾ ਸਟੂਡੈਂਟ ਨॉन ਪ੍ਰੋਬੇਬਿਲਿਟੀ ਸੈਂਪਲਿੰਗ ਟੈਕਨੀਕ ਕਿੱਥੇ ਲੱਗੇਗੀ ਜਿੱਥੇ ਪੋਪੂਲੇਸ਼ਨ ਕੀ ਹੋਏਗੀ ਇਨਫਿਨਾਈਟ यानी कि टोटल नंबर ऑफ पॉपुलेशन सानू की पता नहीं होएगा ते डाटे दी सिलेक्शन की रैंडमली नहीं होवेगी ते जिहड़ी डाटे दे विच हर एक आइटम नू चुने जाण दा अनइक्वल चांस होवेगा यानी कि इक्वल चांस नहीं होवेगा डाटे दे विच सॉरी सैंपल दे विच किनू सिलेक्ट करना ते किनू सिलेक्ट नहीं करना ये सारा कुछ किहदे ते डिपेंड करदा रिसर्चर ते डिपेंड करदा किहदे ते डिपेंड करदा रिसर्चर ते डिपेंड करदा अगे असीं की पढ़िया टाइप्स ऑफ नॉन प्रोबेबिलिटी सैंपलिंग पहली केड़ी पढ़ी कोटा सैंपलिंग किथे लगेगी जिथे पॉपुलेशन की होएगी हेट्रोजीनियस ये याद रखना जिथे प्रोबेबिलिटी सैंपलिंग दे विच स्ट्रैटिफाइड रैंडम सैंपलिंग लगदी आ उसी तरह ही नॉन प्रोबेबिलिटी सैंपलिंग दे विच केड़ी लगदी आ कोटा सैंपलिंग लगदी आ सैकंड ऐसी केड़ी टेक्निक पढ़ी इंसीडेंटल सैंपलिंग यानी कि एक्सीडेंटल सैंपलिंग जदों असीं डाटा किवें सिलेक्ट करदे आ बाय चांस जो डाटा किवें सिलेक्ट करते हैं बाय चांस थर्ड केड़ी पढ़ी असीं स्नोबॉल सैंपलिंग थर्ड केड़ी पढ़ी असीं स्नोबॉल सैंपलिंग जदों साडी पॉपुलेशन की हुंदी आ अननोन हुंदी आ ते डाटा किवें सिलेक्ट कीता जांदा बाय रेफरेंस तो की बनता जाता एक नैटवर्क बनता जाता तो जो नैटवर्किंग के थ्रू डाटा कलैक्ट किया जाता तो उत्थे किहड़ी टेक्निक लगती है स्नोबॉल सैंपलिंग लगती है सब तो ज़्यादा क्वेश्चन आता बच्चे नैट के पेपर के उपर स्नोबॉल सैंपलिंग के उपर याद रखना जो नैटवर्किंग के थ्रू डाटा कलैक्ट किया जाता तो उत्थे किहड़ी टेक्निक लगेगी स्नोबॉल सैंपलिंग लगेगी फोर्थ किहड़ी टेक्निक असीं कन्वीनियंस सैंपलिंग जो असीं अपनी कन्वीनियंस के थ्रू किहदे थ्रू कन्वीनियंस के थ्रू डाटा की करते हैं सिलेक्ट करते हैं यानी कि साडा टाइम भी की लगे घट लगे ते साडा पैसा भी यानी कि मनी भी की लगे घट लगे उन्हां सारियां चीज़ों को ध्यान में रख के जो डाटा कलैक्ट किया जाता उत्थे किहड़ी टेक्निक लगेगी कन्वीनियंस सैंपलिंग लगेगी जिवें असीं अपने फैमिली मैंबर तो डाटा ले लीए जिवें असीं अपने क्लासमेट्स तो डाटा ले लीए जां रूममेट तो डाटा ले लीए तो उत्थे असीं किहड़ी टेक्निक यूज़ कीती आ कन्वीनियंस सैंपलिंग यूज़ कीती आ ते फिफ्थ साडे कोल किहड़ी आ गई जजमेंटल सैंपलिंग किहड़ी आ गई जजमेंटल सैंपलिंग दा सैकंड नेम की आ प्रपोजल सैंपलिंग ये कित्थे लगेगी जदों असीं ये चीज़ नूं देखीए भी जिहड़े इंडिविजुअल तो जां जिहड़ी सोसाइटी तो असीं डाटा लै रहे हां ते सानूं पता होवे भी इहदे नाल साडा पर्पस की हो जाएगा फुलफिल हो जाएगा उत्थे किहड़ी टेक्निक लगाउणी आ असीं जजमेंटल सैंपलिंग बोलो क्लीयर है जिवें हैंडीकैप्ड स्टूडेंट तो डाटा लेना जां जिहड़े एरिया दे विच फ्लड आ जाए जिहड़े एरिया दे विच की आ जाए फ्लड आ जाए उत्थे भी जे असीं डाटा लेना उत्थे भी किहड़ी टेक्निक लगाउणे आ आम तौर ते जजमेंटल सैंपलिंग जां जिन्ने भी डेलीक्वेंट स्टूडेंट आ उन्हां तो भी डाटा लेना उत्थे भी किहड़ी टेक्निक लगदी आ जजमेंटल सैंपलिंग स्टूडेंट्स ਤੁਹਾਡੀ ਇਸ ਟੌਪਿਕ ਨਾਲ ਰਿਲੇਟਡ ਜਾਂ ਫਸਟ ਪੇਪਰ ਨਾਲ ਰਿਲੇਟਡ ਕੋਈ ਵੀ ਕੁਐਰੀ ਹੋਵੇ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਕਲੀਅਰ ਕਰ ਲਿਓ ਥੈਂਕ ਯੂ